ਇਹ ਜਿੱਤ ਕਿਸੇ ਕੋਈ ਆਗੂ ਦੀ ਨਹੀਂ, ਸਮੁੱਚੇ ਜਿਹੜੇ ਭਾਰਤ ਦੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਇਸ ਜਿੱਤ ਨੇ ਐ ਨਹੀਂ ਵੀ ਇਹਦੇ ਨਾਲ ਕਿਸਾਨਾਂ ਦੇ ਮੁੱਦੇ ਮੁੱਕ ਗਏ। ਕਿਸਾਨਾਂ ਦੇ ਮੁੱਦੇ ਅਜੇ ਵੀ ਢੇਰਾਂ ਦੇ ਢੇਰ ਪਏ ਨੇ। ਇਹਦੇ ਨਾਲ ਤਾਂ ਇਹ ਹੋ ਗਿਆ ਵੀ ਕਾਨੂੰਨ ਵਾਪਸ ਹੋ ਗਏ, ਪਰ ਕਿਸਾਨਾਂ ਦੀ ਹਾਲਤ ਤਾਂ ਜਿਉਂ ਦੀ ਤਿਉਂ ਹੈਗੀ ਹੈ। MSP ਵਾਲਾ ਮਸਲਾ ਵੀ ਭਾਵੇਂ ਕਮੇਟੀ ਬਣ ਗਈ, ਪਰ ਹਜੇ ਕੋਈ ਉਹਦਾ ਹੱਲ ਨਹੀਂ ਕੋਈ। ਜਿਹੜਾ ਆਪਾਂ ਕਹਿੰਦੇ ਨਾ ਵੀ ਅਸੀਂ ਵਿਦੇਸ਼ੀਆਂ ਨੂੰ ਬਾਹਰ ਕੱਢਤਾ, 47 ਚ ਭਗਤ ਸਿੰਘ ਵਰਗੇ ਨੇ ਬਾਹਰ ਕੱਢਤਾ, ਕੋਈ ਬਾਹਰ ਨਹੀਂ ਨਿਕਲੇ ਉਹ ਸਾਰੇ ਜਿਉਂਦੇ ਸਿਰਫ ਉਹਨਾਂ ਦਾ ਇਹ ਵੀ ਪਰਦੇ ਪਿੱਛੇ ਚਲਿਆ ਗਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਕਰੋਲ ਪੰਜਾਬ TV ਤੇ। ਕਿ ਜਿੱਤ ਦੇ ਨਿਸ਼ਾਨ ਸਦਾ ਲਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਲੰਮਾ ਸਮਾਂ 1 ਸਾਲ ਦੇ ਕਰੀਬ ਆ ਜਿਹੜਾ ਦਿੱਲੀ ਦੇ ਅਬਰੂਹਾਂ ਤੇ ਡਟੇ ਹੋਏ ਕਿਸਾਨਾਂ ਨੂੰ ਹੋ ਗਿਆ ਸੀਗਾ। 750 ਸ਼ਹੀਦੀਆਂ ਵੀ ਹੋਈਆਂ, ਪਰ ਉਹਨਾਂ ਸ਼ਹੀਦੀਆਂ ਜਿਹੜਾ ਮੁੱਲ ਪੈ ਗਿਆ, ਉਹਨਾਂ ਸ਼ਹੀਦਾਂ ਨੂੰ ਬੂਰ ਪੈ ਗਿਆ। ਲੰਮੇ ਸਮੇਂ ਬਾਅਦ ਕਿਸਾਨਾਂ ਨੂੰ ਜਿੱਤ ਹੋਈ ਹੈ। ਕਿਸਾਨਾਂ ਦੇ ਸਬਰ ਦੀ, ਕਿਸਾਨਾਂ ਦੇ ਸਦਕ ਦੀ ਜਿਹੜੀ ਹੈ ਉਹ ਜਿੱਤ ਹੋਈ ਹੈ। ਸਾਡੇ ਨਾਲ ਕਿਸਾਨ ਆਗੂ ਸਰਜੀਤ ਫੂਲ ਮੌਜੂਦ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਸਭ ਤੋਂ ਪਹਿਲਾਂ ਫੂਲ ਸਾਹਿਬ, ਸਵਾਗਤ ਹੈ ਤੁਹਾਡਾ, ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ ਤੁਹਾਡਾ। ਜਿੱਤ ਹੋਈ ਆ ਤੁਹਾਨੂੰ, ਉਹਦੇ ਬਹੁਤ ਬਹੁਤ ਮੁਬਾਰਕਾਂ ਜੀ। ਸਭ ਨੂੰ ਮੁਬਾਰਕਾਂ ਹੋਣ ਜੀ। ਫੂਲ ਸਾਹਿਬ, ਲੰਮਾ ਸਮਾਂ ਹੋ ਗਿਆ ਸੀਗਾ, 1 ਸਾਲ 750 ਸ਼ਹੀਦੀਆਂ ਵੀ ਹੋਈਆਂ ਨੇ। ਬੜਾ ਕੁਛ ਇਸ ਅੰਦੋਲਨ ਨੂੰ ਬੋਲਿਆ ਗਿਆ, ਬੜਾ ਕੁਛ ਇਸ ਅੰਦੋਲਨ ਦੇ ਵਿੱਚ ਦੇਖਿਆ, ਬੜਾ ਕੁਛ ਹੋਇਆ। ਪਰ ਉਹ ਸਾਰੀਆਂ ਜੇਕਰ ਗੱਲਾਂ ਨੂੰ ਪਿੱਛੇ ਰੱਖ ਕੇ ਆਪਾਂ ਹੁਣ ਤੱਕ ਦੇਖੀਏ ਤਾਂ ਕਿਵੇਂ ਸਾਰਾ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਦੇ? ਦੇਖੋ ਜੀ, ਇਹ ਜਿੱਤ ਕਿਸੇ ਕੋਈ ਆਗੂ ਦੀ ਨਹੀਂ, ਸਮੁੱਚੇ ਜਿਹੜੇ ਭਾਰਤ ਦੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਪੰਜਾਬ ਜਿੱਤਿਆ, ਦਿੱਲੀ ਢਹੀ ਹੈ, ਦਿੱਲੀ ਹਾਰੀ ਹੈ। ਪੰਜਾਬ ਦਾ ਜਿਹੜਾ ਸਦਕਿਆਂ ਦਾ ਦਿੱਲੀ ਦੇ ਨਾਲ ਰਿਹਾ ਯੁੱਧ, ਉਹ ਇੱਕ ਵਾਰੀ ਫਿਰ ਇਹ ਸਮਝ ਲਓ ਵੀ ਪਿਛਲੇ 300 ਸਾਲਾਂ ਦੇ ਇਤਿਹਾਸ ਤੋਂ ਬਾਅਦ ਪਹਿਲੀ ਵਾਰ ਫਿਰ ਦੁਹਰਾਇਆ ਗਿਆ ਹੈ। ਇਸ ਕਰਕੇ ਵੱਡੀ ਇਤਿਹਾਸਕ ਜਿੱਤ ਹੈ ਤੇ ਸਮੁੱਚੇ ਲੋਕਾਂ ਦੀ ਏਕਤਾ ਦੀ ਜਿੱਤ ਹੈ। ਕਿਸੇ ਇੱਕ ਆਗੂ ਦੀ ਜਾਂ ਕਹਿ ਲਓ ਜਾਂ ਇੱਕ ਗਰੁੱਪ ਦੀ ਜਿੱਤ ਨਹੀਂ ਕਿਹਾ ਜਾ ਸਕਦਾ। ਤੇ ਇਸ ਜਿੱਤ ਨੇ ਐ ਨਹੀਂ ਵੀ ਇਹਦੇ ਨਾਲ ਕਿਸਾਨਾਂ ਦੇ ਮੁੱਦੇ ਮੁੱਕ ਗਏ। ਕਿਸਾਨਾਂ ਦੇ ਮੁੱਦੇ ਅਜੇ ਵੀ ਢੇਰਾਂ ਦੇ ਢੇਰ ਪਏ ਨੇ। ਜਾਂ ਇਹ ਕਹਿ ਲਓ ਵੀ ਜਦੋਂ 5 ਜੂਨ ਨੂੰ ਇਹ ਕਾਨੂੰਨ ਲੈ ਕੇ ਆਈ ਸੀਗੀ ਸਰਕਾਰ, ਉਸ ਤੋਂ ਪਹਿਲਾਂ ਕਿਹੜਾ ਕਿਸਾਨਾਂ ਦੀ ਹਾਲਤ ਠੀਕ ਸੀਗੀ? ਇਹਦੇ ਨਾਲ ਤਾਂ ਇਹ ਹੋ ਗਿਆ ਵੀ ਕਾਨੂੰਨ ਵਾਪਸ ਹੋ ਗਏ, ਪਰ ਕਿਸਾਨਾਂ ਦੀ ਹਾਲਤ ਤਾਂ ਜਿਉਂ ਦੀ ਤਿਉਂ ਹੈਗੀ ਹੈ। ਕਰਜ਼ੇ ਵਾਲਾ ਮਸਲਾ ਜਿਉਂ ਦਾ ਤਿਉਂ ਖੜਾ ਹੈ, ਖੁਦਕੁਸ਼ੀਆਂ ਹੋ ਰਹੀਆਂ ਨੇ। MSP ਵਾਲਾ ਮਸਲਾ ਵੀ ਭਾਵੇਂ ਕਮੇਟੀ ਬਣ ਗਈ, ਪਰ ਹਜੇ ਕੋਈ ਉਹਦਾ ਹੱਲ ਨਹੀਂ ਕੋਈ। ਜਿਹੜਾ ਵਿਸ਼ਵ ਵਪਾਰ WTO ਕਹਿ ਦਿੰਦੇ ਆ ਅੰਗਰੇਜ਼ੀ 'ਚ, ਸੰਸਥਾ ਦੇ ਤਹਿਤ ਗੁਲਾਮ ਹੈ ਭਾਰਤ ਆਪਣਾ, ਉਹਦੀਆਂ ਸ਼ਰਤਾਂ ਮੰਨ ਕੇ ਸਾਰਾ ਚੱਲਦਾ ਹੈ। ਵਿਸ਼ਵ ਵਪਾਰ ਸੰਸਥਾ ਦੀਆਂ ਉਹਦੇ ਵਿੱਚ ਉਹਦੀਆਂ ਸ਼ਰਤਾਂ 'ਚ ਉਹਦੀ ਗੁਲਾਮੀ 'ਚੋਂ ਕਿਵੇਂ ਨਿਕਲੇ, ਸਾਰੇ ਮਾਮਲੇ ਅਜੇ ਪੈਂਡਿੰਗ ਪਏ ਨੇ। ਹੋਰ ਨਿੱਕਾ ਮਾਮਲੇ, ਤੇਲ ਦਾ ਮਾਮਲਾ ਹੈਗਾ, ਤੇਲ ਦੀਆਂ ਕੀਮਤਾਂ ਦਾ। ਸੋ ਇਸ ਕਰਕੇ ਇਹ ਅੰਦੋਲਨ ਦੀ ਏਡੀ ਇੱਕ ਮਹੱਤਤਾ ਹੈ ਵੀ ਇਹਨੇ ਆਉਣ ਵਾਲੇ ਹੋਰ ਵੱਡੇ ਅੰਦੋਲਨਾਂ ਲਈ ਇੱਕ ਮੂਹਰੇ ਸੜਕ ਰਾਹ ਪੱਧਰਾ ਕਰਤਾ, ਇੱਕ ਗਰਾਊਂਡ ਤਿਆਰ ਕਰਤੀ। ਸੁਹਾਗਾ ਫੇਰਿਆ ਗਿਆ, ਜਿਹੜੇ ਮੂਹਰੇ ਐਸ ਵੀ ਕਿਵੇਂ ਲੰਘਾਂਗੇ, ਇੱਕ ਐ ਮੂਹਰੇ ਰੋਡ ਕਲੀਅਰ ਕਰਤੀ। ਸੋ ਇਸ ਕਰਕੇ ਜਿਹੜੀ ਇਹ ਜਿੱਤ ਦੇ ਰਾਤ ਹੈ ਜਿਹੜਾ ਕਿਸਾਨਾਂ ਦੇ ਅੰਦੋਲਨ ਦੀ, ਇਹ ਇੱਥੇ ਰੁਕਣਾ ਨਹੀਂ। ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ ਹੋਣਾ। ਬਹੁਤ ਵੱਡੀਆਂ ਇਤਿਹਾਸਕ ਜਿੱਤਾਂ ਇਤਿਹਾਸ ਦੇ ਵਿੱਚ ਦਰਜ ਹੋਣੀਆਂ ਨੇ। ਹੁਣ ਸਰ ਕਿਵੇਂ ਦੇਖਦੇ ਹੋ ਕਿ 1 ਸਾਲ ਪਹਿਲਾਂ ਵੀ ਗਏ ਸੀਗੇ ਤੇ ਵਾਪਸੀ ਵੀ ਆਏ ਹੋ, ਇਹ ਦੋਨਾਂ ਦਿਨਾਂ ਨੂੰ ਕਿਵੇਂ ਇਮੇਜਿਨ ਕਰਦੇ ਹੋ? 1 ਸਾਲ ਪਹਿਲਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਗਏ ਸੀਗੇ ਉਸ ਦਿਨ ਨੂੰ, ਜਦੋਂ ਵਾਪਸ ਆਏ ਉਸ ਦਿਨ ਨੂੰ, ਦੋਨਾਂ ਦਿਨਾਂ ਨੂੰ ਕਿਵੇਂ ਇਮੇਜਿਨ ਕਰਦੇ? ਦੇਖੋ ਜੀ, ਐ ਕਹਿਣਾ ਹੋਵੇ ਤਾਂ ਜਿਹੜਾ 26 ਨਵੰਬਰ ਨੂੰ 2020 ਨੂੰ ਗਏ ਆ, ਉਦੋਂ ਸੀ 2 ਦਿਨਾਂ ਦਾ 2 ਦਿਨਾਂ ਦਾ ਪ੍ਰੋਟੈਸਟ ਸੀਗਾ ਵੀ ਦਿੱਲੀ ਦੀ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਕਰਕੇ ਆ ਕੇ ਫਿਰ ਆਪਣੇ ਆਪਣੇ ਸੂਬਿਆਂ ਦੇ ਵਿੱਚ ਅੰਦੋਲਨ ਨੂੰ ਤੇਜ਼ ਕਰਾਂਗੇ। 2 ਦਿਨ ਸੋਚਿਆ ਸੀਗਾ, 2 ਦਿਨ ਦਾ। ਉਹ ਤਾਂ ਸੋਚੇ ਨਹੀਂ ਸੀ ਵੀ 1 ਸਾਲ ਦਾ ਬਣ ਜਾਊਗਾ ਅੰਦੋਲਨ। ਉਹ ਸਾਲ ਦਾ ਤਾਂ ਬਣ ਗਿਆ ਵੀ ਉਹਨਾਂ ਨੇ ਦਿੱਲੀ 'ਚ ਐਂਟਰ ਹੋਣ ਤੇ ਰੋਕਾਂ ਲਾਤੀਆਂ। ਪਹਿਲਾਂ ਤਾਂ ਇੱਥੇ ਰੋਕਾਂ ਲਾਈਆਂ ਹੋਈਆਂ ਸੀਗੀਆਂ, ਪੰਜਾਬ ਤੇ ਹਰਿਆਣੇ ਦੀ ਸਰਹੱਦ ਤੇ, ਜਾਂ ਰਾਜਸਥਾਨ ਤੇ ਦਿੱਲੀ ਦੀ ਸਰਹੱਦ ਤੇ, ਹਰਿਆਣੇ ਦੀ ਸਰਹੱਦ ਤੇ। ਉਹ ਲੋਕਾਂ ਦਾ ਜਿੰਨਾ ਜਜ਼ਬਾ ਸੀ, ਜੋਸ਼ ਸੀਗਾ, ਇੱਕ ਲੋਕਾਂ ਦਾ ਆਪ ਮੁਹਾਰਾ, ਇੱਕ ਵੇਵ ਬਣ ਚੁੱਕੀ ਸੀਗੀ, ਲਹਿਰ ਬਣ ਚੁੱਕੀ ਸੀ। ਉਹਨੇ ਰੋਕਾਂ ਤੋੜ ਕੇ ਦਿੱਲੀ ਦੇ ਬਾਰਡਰ ਤੇ ਜਾ ਵੜੇ। ਉੱਥੇ ਉਹਨਾਂ ਨੇ ਪੱਕੀਆਂ ਰੋਕਾਂ ਲਾਤੀਆਂ। ਸੋ ਉੱਥੇ ਕਹਿਣ ਦਾ ਭਾਵ ਉਹ ਨਾ ਉਦੋਂ ਬਾਅਦ ਉਹਨਾਂ ਨੇ ਗਾਹਾਂ ਲੰਘਣ ਦਿੱਤਾ ਸਾਲ ਭਰ। ਇੱਕ 26 ਜਨਵਰੀ ਨੂੰ ਛੱਡ ਕੇ ਜਦੋਂ ਰੋਕਾਂ ਤੋੜ ਕੇ 1 ਦਿਨ ਦੀ ਖਾਤਰ ਹੜ ਆ ਜਿਹੜਾ ਉਹ ਰੋਕਾਂ ਤੋੜ ਗਿਆ, ਦਿੱਲੀ ਦੇ ਅੰਦਰ ਗਏ 26 ਜਨਵਰੀ 20 ਆਪਣੇ ਪਿਛਲੇ ਸਾਲ ਵਾਲੀ ਨੂੰ, 2000 ਜਿਹੜਾ ਹੋਣ ਵਾਲੀ ਸਾਲ ਹੈ 2021 ਨੂੰ।
ਉਦੋਂ ਇੱਕ ਵਾਰੀ ਗਏ ਤੇ ਬਾਕੀ ਸਮਝ ਲਓ ਵੀ ਉਹਨਾਂ ਨੇ ਮੀਟਿੰਗਾਂ ਵਗੈਰਾ ਦਾ ਦੌਰ ਚੱਲਦਾ ਰਿਹਾ, ਮੀਟਿੰਗਾਂ 'ਚ ਕੁਛ ਨਾ ਹੋਇਆ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਹੇਠ ਵਾਲਾ ਅੜੀਅਲ ਰਵੱਈਆ ਸੀ ਤੇ ਕਿਸਾਨਾਂ ਦਾ ਜਿਹੜਾ ਜਜ਼ਬਾ ਸੀਗਾ ਵੀ ਹੁਣ ਮਰਾਂਗੇ ਜਾਂ ਜਿੱਤਾਂਗੇ, ਇਹ ਨਾਰੇ ਇਹ ਚੱਲਦਾ ਰਿਹਾ ਵੀ ਕਿੰਨਾ ਮਰਜ਼ੀ ਕੁਰਬਾਨੀ ਕਰਨੀ ਪਵੇ, ਹੁਣ ਖਾਲੀ ਮੁੜ ਕੇ ਜਾਵਾਂਗੇ ਇਹ ਨਹੀਂ ਹੋਊਗਾ। ਸੋ ਇਸ ਕਰਕੇ ਇਹ ਉਹਦੀ ਅੜੀਅਲ ਕਰਕੇ ਤੇ ਕਿਸਾਨਾਂ ਦਾ ਜਿਹੜਾ ਜਜ਼ਬਾ ਸੀਗਾ ਲੜਨ ਮਰਨ ਵਾਲਾ, ਉਹਦੇ ਕਰਕੇ ਇਹ ਸਾਲ ਲੰਘ ਗਿਆ। ਪਰ ਇਹਦੇ ਆਏ ਹੋ ਗਿਆ ਵੀ ਸਾਲ ਲੰਘ ਵੀ ਗਿਆ ਤਾਂ ਇਹ ਇੱਕ ਨਵਾਂ ਇਤਿਹਾਸ ਸਿਰਜਤਾ ਇਹਨੇ। ਜਿੰਨਾ ਅੰਦੋਲਨ ਦੇ ਇੱਕ ਤਾਂ ਹੁੰਦਾ ਨਾ ਅੰਦੋਲਨ 'ਚ ਸਿੱਧੇ ਸ਼ਾਮਲ ਹੋਣ ਵਾਲੇ, ਇੱਕ ਹੁੰਦੇ ਸਮਰਥਨ ਦੇਣ ਵਾਲੇ। ਸਮਰਥਨ ਦੇਣ ਵਾਲਿਆਂ ਦਾ ਸਾਨੂੰ ਉਮੀਦ ਹੀ ਨਹੀਂ ਸੀਗਾ ਵੀ ਦੁਨੀਆ 'ਚੋਂ ਇੰਨਾ ਸਮਰਥਨ ਮਿਲੂਗਾ, ਬਾਹਰਲੇ ਦੇਸ਼ਾਂ 'ਚੋਂ ਇੰਨਾ ਸਮਰਥਨ ਮਿਲੂਗਾ, ਸੋਚਿਆ ਹੀ ਨਹੀਂ ਸੀਗਾ। ਸੋ ਇਸ ਕਰਕੇ ਵੀ ਇਹ ਤਾਂ ਸਮਝ ਲਓ ਵੀ ਅਣਕਿਆਸੀਆਂ ਬਹੁਤ ਚੀਜ਼ਾਂ ਤਾਂ ਹੋ ਗਈਆਂ ਬਿਨਾਂ ਸੋਚੇ ਹੀ, ਜਾਂ ਸੋਚੇ ਮਤਲਬ ਸੋਚ ਹੈ ਹੀ ਨਹੀਂ ਸੀਗੀਆਂ। ਸੋ ਜਿੰਨਾ ਵੱਡਾ ਇਹ ਸਮਰਥਨ ਮਿਲਿਆ, ਜਿੰਨਾ ਦਾ ਘੇਰਾ ਫੈਲਦਾ ਗਿਆ, ਲਗਾਤਾਰ ਸਾਰੇ ਉਹਨਾਂ ਨੇ ਵੇਖ ਲਏ ਵੀ ਮਹੀਨੇ ਨੂੰ ਜਾ ਵੜਨਗੇ, 2 ਮਹੀਨੇ ਨੂੰ ਧੁੱਪਾਂ ਹਨੇਰੀਆਂ, ਮੀਂਹ, ਕਰੋਨਾ ਬਿਮਾਰੀ ਵਿੱਚ ਹੋਰ ਸਾਰਾ ਕੁਛ, ਮਤਲਬ ਉਹ ਕਿਸੇ ਦਾ ਅਸਰ ਨਹੀਂ ਹੋਇਆ। ਲੋਕ ਉਵੇਂ ਅੜਿੰਗ ਰਹੇ, ਅਟਲ ਅੜੇ ਰਹੇ ਆ, ਮਤਲਬ ਜਿਹੜੇ ਉਸ ਕਰਕੇ ਇਹਦੀ ਜਿੱਤ ਪ੍ਰਾਪਤ ਹੋਈ ਹੈ ਇਹਦੀ। ਫੂਲ ਸਾਹਿਬ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਚੋਣਾਂ ਨਜ਼ਦੀਕ ਨੇ, 2022 ਬਿਲਕੁਲ ਨਜ਼ਦੀਕ ਹੈ, ਜਿਵੇਂ ਵਰਤਾਰਾ ਹੁਣ ਮੌਜੂਦਾ ਸਰਕਾਰ ਦਾ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਇਹਨਾਂ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਊਗਾ? ਦੇਖੋ ਜੀ, ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ, ਇਹ ਡੇਟ ਵੀ ਤੈਅ ਹੋ ਗਈ 4 ਫਰਵਰੀ 2022 ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਨੇ। ਤੇ ਸਮਝ ਲਓ ਵੀ 23 ਦਸੰਬਰ ਤੋਂ ਕਹਿ ਰਹੇ ਆ ਵੀ ਇਹਦੇ ਤੇ ਕੋਡ ਆਫ ਕੰਡਕਟ ਲਾਗੂ ਹੋ ਕੇ ਉਦੋਂ ਬਾਅਦ ਸਮਝ ਲਓ ਵੀ 1 ਮਹੀਨਾ ਜਿਹੜਾ ਹੋਊਗਾ ਇਹ ਪੂਰਾ ਚੋਣਾਂ ਵਾਲਾ ਬੁਖਾਰ ਆ, ਇੱਕ ਵਾਰੀ ਉਹ ਦੁਬਾਰੇ ਚੜਾਉਣਗੇ। ਪਰ ਸਾਡਾ ਜਿਹੜਾ ਇਹ ਹੈਗਾ ਵੀ ਚੋਣਾਂ ਦਾ ਲੋਕਾਂ ਨੇ ਇਹ ਵੀ ਪਹਿਲੀ ਵਾਰ ਉਹਨਾਂ ਨੂੰ ਕੋਈ ਮੌਕਾ, ਸਰਕਾਰ ਦਾ ਜਿਹੜਾ ਹੈਗਾ ਪਹਿਲੀ ਵਾਰ ਚੋਣਾਂ ਹੋਈਆਂ ਨੇ, ਕੋਈ ਇਹ ਤੋਂ ਪਹਿਲਾਂ ਨਾ ਕੋਈ ਚੋਣਾਂ ਨਾਲ ਸਰਕਾਰ ਬਣੀ ਹੋਵੇ, ਨਾ ਕੋਈ ਚੋਣਾਂ ਚਾਹੇ ਹੋਣ। ਮਤਲਬ 1952 ਤੋਂ ਚੋਣਾਂ ਹੁੰਦੀਆਂ ਰਹੀਆਂ ਨੇ, ਵੋਟਾਂ ਪੈਂਦੀਆਂ ਰਹੀਆਂ ਨੇ। ਜਦੋਂ ਅੰਗਰੇਜ਼ 1947 ਚ ਗਏ, ਉਸ ਤੋਂ ਬਾਅਦ 1952 ਚ ਪਹਿਲੀ ਵਾਰ ਚੋਣਾਂ ਹੋਈਆਂ। 5 ਸਾਲਾਂ ਬਾਅਦ ਪਹਿਲਾਂ VOTING ਹੋਈ ਹੈ। ਹਾਂ, ਪਹਿਲੀ ਚੋਣ ਹੈ ਜਿਹੜੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ 1952 ਚ ਹੋਈ ਹੈ। 1952 ਤੋਂ ਲੈ ਕੇ ਹੁਣ 2022 ਤੱਕ ਲਗਭਗ 80 ਸਾਲ ਦਾ ਸਮਾਂ ਬਣਦਾ ਇਹ। ਇਹਦੇ ਵਿੱਚ 70-80 ਸਾਲਾਂ ਦੇ ਸਮੇਂ ਦੇ ਵਿੱਚ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਜਮਾ ਕੇ ਦੇਖਿਆ, ਜਿੰਨੀਆਂ ਵੀ ਵੱਡੀਆਂ ਜਿਹੜੀਆਂ ਪਾਰਲੀਮੈਂਟਰੀ ਪਾਰਟੀਆਂ, ਵੋਟ ਪਾਰਟੀਆਂ ਕਹਿ ਲਓ, ਕਾਂਗਰਸ ਹੈ, ਅਕਾਲੀ ਹੈ, BJP ਹੈ, ਹੋਰ ਜਿੰਨੀਆਂ ਨੈਸ਼ਨਲ ਲੈਵਲ ਦੀਆਂ, ਖੇਤਰੀ ਪੱਧਰ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ, ਸਾਰਿਆਂ ਨੇ ਜਮਾ ਕੇ ਦੇਖਿਆ। ਸਾਰਿਆਂ ਦੀਆਂ ਸਰਕਾਰਾਂ ਆਈਆਂ ਨੇ, ਪਰ ਲੋਕਾਂ ਨੇ ਦੇਖ ਲਈ ਇੱਕ ਚੀਜ਼ ਬਈ ਵੋਟਾਂ ਤੋਂ ਬਾਅਦ ਸਿਰਫ ਸਰਕਾਰ ਹੀ ਬਦਲਦੀ ਹੈ, ਇਕੱਲੀ ਚਿਹਰੇ ਬਦਲ ਜਾਂਦੇ ਆ, ਇਕੱਲੇ ਨੇਮ ਪਲੇਟਾਂ ਬਦਲ ਜਾਂਦੀਆਂ ਦਫ਼ਤਰਾਂ ਦੇ ਮੂਹਰੇ ਜਿਹੜੀਆਂ ਲੱਗੀਆਂ ਨੇ, ਨਵੀਆਂ ਨੇਮ ਪਲੇਟਾਂ ਆ ਜਾਂਦੀਆਂ ਨੇ, ਪੁਰਾਣੀਆਂ ਬਦਲ ਜਾਂਦੀਆਂ। ਪਰ ਜਿਹੜਾ ਉਹ ਸਾਰਾ ਪ੍ਰਬੰਧ ਹੈ, ਸਾਰਾ ਸਿਸਟਮ ਹੈ, ਸਾਰਾ ਰਾਜ ਪ੍ਰਬੰਧ ਹੈ, ਕਾਨੂੰਨ ਹੈ, ਨੀਤੀਆਂ ਨੇ, ਅਫਸਰਾਂ ਦਾ ਵਿਹਾਰ ਹੈ, ਉਹ ਨਹੀਂ ਬਦਲਦਾ, ਉਹ ਜਿਉਂਦਾ ਤਿਉਂ ਰਹਿੰਦਾ ਤੇ ਅਫਸਰ ਵੀ ਉਹੀ ਰਹਿੰਦੇ ਆ। ਬਸ ਇਹਦੇ 'ਚ ਕੀ ਹੁੰਦਾ, ਜਦੋਂ ਸਰਕਾਰ ਨਵੀਂ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਸਿਰਫ ਅਸੈਂਬਲੀ 'ਚ ਪ੍ਰਤੀਨਿਧ ਬਦਲ ਜਾਂਦੇ ਨੇ, ਜਿਹਨੂੰ ਕਹਿ ਲਓ ਵੀ ਵਿਧਾਨ ਪਾਲਿਕਾ ਕਹਿ ਦਿੰਦੇ ਆ ਉਹਨੂੰ। ਆਪਣਾ ਰਾਜ ਦੇ 3 ਅੰਗ ਕਹੇ, ਇੱਕ ਵਿਧਾਨ ਪਾਲਿਕਾ ਜਿੱਥੇ ਕਾਨੂੰਨ ਬਣਦੇ ਨੇ, ਇੱਕ ਕਾਰਜਪਾਲਿਕਾ ਸਾਰੀ, ਉਹਦੇ ਵਿੱਚ ਵੱਡੇ ਅਫਸਰਸ਼ਾਹੀ, ਉੱਚ ਅਧਿਕਾਰੀ, IAS PCS ਸਾਰੇ ਆ ਜਾਂਦੇ ਨੇ, ਇੱਕ ਨਿਆਂਪਾਲਿਕਾ ਜਿਹੜੀ ਅਦਾਲਤਾਂ ਆ ਗਈਆਂ, ਜੁਡੀਸ਼ਰੀ ਆ ਗਈ। 3 ਸਤੰਭ ਨੇ, ਤਿੰਨ ਦਾ ਸਤੰਭਾਂ ਤੇ ਗਾਹ ਰਾਜ ਉਸਰਿਆ ਹੋਇਆ। ਇਸ ਨਾਲ ਇੱਕ ਸਤੰਭ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਥੋੜੀ ਬਹੁਤੀ, ਬਾਕੀ ਸਤੰਭ ਤਾਂ ਜਿਉਂ ਤਿਉਂ ਰਹਿੰਦੇ ਨੇ। ਇਸ ਕਰਕੇ ਰਾਜ ਨਹੀਂ ਬਦਲਦਾ। ਤਬਦੀਲੀ ਲਿਆਉਣ ਦੇ ਲਈ ਫੂਲ ਸਾਹਿਬ ਫਿਰ ਕੀ ਤੁਸੀਂ ਯੋਗ ਅਗਵਾਈ ਕੀਤੀ ਆ ਅੰਦੋਲਨ ਦੇ ਵਿੱਚ 1 ਸਾਲ ਤੋਂ ਲੈ ਕੇ, ਤੁਹਾਡੀ ਯੋਗ ਅਗਵਾਈ ਰਹੀ ਹੈ, ਬੜਾ ਕੁਝ ਅੰਦੋਲਨ ਦੇ ਵਿੱਚ ਹੋਇਆ, ਤੁਹਾਡੀ ਯੋਗ ਅਗਵਾਈ ਦੇ ਹੇਠ ਆ ਜਿਹੜਾ ਆਗੂਆਂ ਨੇ ਰੱਖੀ ਆ ਉਹ ਬੜਾ ਸ਼ਲਾਘਾਯੋਗ ਹੈ। ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਲਈ ਕੀ ਦਿਮਾਗ ਦੇ ਵਿੱਚ ਅਗਲੀ ਰਣਨੀਤੀ ਕੀ ਹੈ? ਕਿਉਂਕਿ ਮੋਰਚਾ ਇੱਕ ਫਤਿਹ ਹੋ ਗਿਆ, ਉਹ ਦੂਜਾ ਜਿਹੜਾ ਪੰਜਾਬ ਦੇ ਵਿੱਚ ਹੈ, ਇਹਦੇ ਲਈ ਜਿਹੜੀ ਅਗਲੀ ਰਣਨੀਤੀ ਕੀ ਮਿਥੀ ਗਈ ਆ? ਦੇਖੋ ਜੀ, ਅਗਲੀ ਰਣਨੀਤੀ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਇਸ ਅੰਦੋਲਨ ਨਾਲ ਆਏ ਨੇ ਵੀ ਜਿੱਤਣ ਨਾਲ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋ ਗਏ, ਜਾਂ ਕਿਸਾਨਾਂ ਮਜ਼ਦੂਰਾਂ ਦੇ ਜਾਂ ਜਿੰਨੇ ਵੀ ਕਿਰਤੀ ਲੋਕ ਹੈ, ਮੱਧ ਵਰਗ ਹੈ, ਪਿੰਡਾਂ ਵਾਲਾ, ਸ਼ਹਿਰਾਂ ਵਾਲਾ, ਉਹਦੇ ਕੋਈ ਮਸਲੇ ਮੁੱਕ ਗਏ, ਕੋਈ ਉਹ ਜਿਉਂਦੇ ਤਿਉਂ ਖੜੇ ਹੈ। ਸੋ ਇਸ ਕਰਕੇ ਸਾਡੀ ਤਾਂ ਰਣਨੀਤੀ ਇਹੀ ਹੋਊਗੀ ਵੀ ਇੱਕ ਵਾਰੀ ਫੌਜਾਂ ਲਗਾਤਾਰ ਸਾਲ ਭਰ ਯੁੱਧ ਚ ਰਹੀਆਂ ਨੇ, ਥੋੜੀ ਜਿਹੀ ਉਹਨਾਂ ਨੂੰ ਸਪੇਸ ਚਾਹੀਦੀ ਹੈ, ਥੋੜਾ ਜਿਹਾ ਦਮ ਲੈਣ ਲਈ, ਨਵੇਂ ਸਿਰੋਂ ਤਰੋਤਾਜ਼ਾ ਹੋਣ ਲਈ, ਨਵੇਂ ਦਮ ਹੋਣ ਲਈ, ਅਗਲੀ ਵੱਡੀ ਲੜਾਈ ਲੜਾ ਥੋੜਾ ਜਿਹਾ ਸਪੇਸ ਚਾਹੀਦਾ। ਤੇ ਉਸ ਤੋਂ ਬਾਅਦ
ਨਵਾਂ ਜਿਹੜਾ ਅੰਦੋਲਨ ਹੈ ਪੰਜਾਬ ਦੇ ਵਿੱਚ ਵੀ, ਸੂਬਾ ਸਰਕਾਰਾਂ ਨਾਲ ਵੀ ਤੇ ਸੈਂਟਰ ਸਰਕਾਰ ਨਾਲ। ਸੈਂਟਰ ਸਰਕਾਰ ਨਾਲ ਤਾਂ ਸਾਡੇ ਲੱਗਦਾ ਵੀ ਜਿਹੜਾ MSP ਸਾਰੀਆਂ ਫਸਲਾਂ ਦੀ MSP ਹੈ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਹੋਵੇ ਵੀ ਉਦੋਂ ਜੇ ਕੋਈ ਘੱਟ ਖਰੀਦਦਾ ਉਹਦੇ ਤੇ ਕਾਰਵਾਈ ਹੋਵੇ। ਕਿੰਨਾ ਸਮਾਂ ਦਿੱਤਾ ਉਹਨਾਂ ਨੇ ਵੀ ਕਿੰਨੇ ਸਮੇਂ ਦੇ ਵਿੱਚ ਉਹਨਾਂ ਹੱਲ ਕਰਕੇ ਦੇਣੀ MSP ਦਾ? ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ ਜਿੱਦਾਂ ਹੁਣ 9 ਤਰੀਕ ਨੂੰ ਉਹਨਾਂ ਨੇ ਲਿਖਤੀ ਇਹ ਪ੍ਰਵਾਨਗੀ ਦਿੱਤੀ ਹੈ ਬਾਕੀ ਰਹਿੰਦੀਆਂ ਮੰਗਾਂ ਨੂੰ, ਫਿਰ ਹੀ 11 ਤਰੀਕ ਨੂੰ ਵਾਪਸੀ ਦਾ ਐਲਾਨ ਹੋਇਆ। 9 ਤਰੀਕ ਨੂੰ ਉਹਨਾਂ ਦੀ ਲਿਖਤੀ ਚਿੱਠੀ ਆ ਗਈ ਸੀ ਪੱਕੀ ਉਹਨਾਂ ਦੀ। ਉਹ ਪਹਿਲਾਂ ਖਰੜੇ ਦੇ ਰੂਪ ਚ ਕੱਚੀ ਚਿੱਠੀ ਦਾ ਪਹਿਲਾਂ ਵੀ 2 ਆਈਆਂ ਸੀਗੀਆਂ ਪਰ 9 ਨੂੰ ਆਈ ਹੈ ਪੱਕੀ 9 ਨੂੰ ਆਈ ਹੈ। ਤੇ ਉਹਦੇ ਵਿੱਚ ਉਹਨੇ ਕਿਹਾ ਵੀ ਕਮੇਟੀ ਬਣਾਵਾਂਗੇ। ਕਮੇਟੀ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ 5 ਨੁਮਾਇੰਦੇ ਵੀ ਪ੍ਰਤੀਨਿਧ ਲਾਏ ਜਾਣਗੇ, ਹੋਰ ਵੀ ਪ੍ਰਤੀਨਿਧ ਹੋਣਗੇ ਸੂਬਾ ਸਰਕਾਰਾਂ ਦੇ ਵੀ, ਵਿਗਿਆਨੀਆਂ ਦੇ ਵੀ, ਸੈਂਟਰ ਸਰਕਾਰ ਦੇ ਵੀ ਇੱਕ ਜੁਆਇੰਟ ਕਮੇਟੀ ਹੋਊਗੀ। ਉਹ ਉਹਨਾਂ ਨੇ ਕਿਹਾ ਵੀ ਅਸੀਂ ਉਹ ਪੱਕਾ ਤਾਂ ਨਹੀਂ ਕਿਹਾ ਵੀ ਛੇਤੀ ਉਹ ਆਪਣੀ ਰਿਪੋਰਟ ਹੈ ਅਗਲਾ ਜਿਹੜਾ ਜਦੋਂ ਦੁਬਾਰੇ ਕੋਈ ਆ ਤਾਂ ਹੁਣ ਸਮਾਪਤ ਹੋ ਗਿਆ ਪਾਰਲੀਮੈਂਟ ਦਾ ਸੈਸ਼ਨ, ਸਮਝ ਲਓ 23 ਨੂੰ ਸਮਾਪਤ ਹੋ ਜਾਣਾ, ਵੀ ਜਦੋਂ ਦੂਜਾ ਸੈਸ਼ਨ ਆਊਗਾ 4 ਮਹੀਨਿਆਂ ਨੂੰ ਆਉਂਦਾ 6 ਮਹੀਨਿਆਂ ਨੂੰ ਆਉਂਦਾ ਉਦੋਂ ਤੱਕ ਜਿਹੜੀ ਉਹ ਕਮੇਟੀ ਆਪਣਾ ਜਿਹੜਾ ਖਰੜਾ ਹੈ ਕਾਨੂੰਨ ਦਾ ਖਰੜਾ ਕਹ ਲਓ ਜਾਂ ਜੋ ਵੀ ਉਹਦੀ ਪਾਲਿਸੀ ਦਾ ਖਰੜਾ ਉਹ ਲੈ ਆਊਗੀ, ਉਹਨੂੰ ਜਨਤਾ 'ਚ ਨਸ਼ਰ ਕਰ ਦਿੱਤਾ ਜਾਊ, ਪਬਲਿਕ ਕਰ ਦਿੱਤਾ ਜਾਊਗਾ, ਉਹਦਾ ਸਰਵਜਨਕਰਨ ਕਰ ਦਿੱਤਾ ਜਾਊਗਾ। ਉਸ ਤੋਂ ਬਾਅਦ ਫਿਰ ਪਾਰਲੀਮੈਂਟ 'ਚ ਜਿਹੜਾ ਸੈਸ਼ਨ ਉਹਦੇ ਪੇਸ਼ ਕੀਤਾ ਜਾਊ। ਮੈਨੂੰ ਲੱਗਦਾ ਹੈ ਵੀ 4-5 ਮਹੀਨੇ ਦਾ ਪ੍ਰੋਸੈਸ ਲੈ ਜਾਣਾ ਟਾਈਮ ਹਾਂ ਇਹਨਾਂ ਲੈ ਜਾਣਾ ਹੈ। ਇੱਕ ਹੋ ਗੱਲ ਹੋਰ ਆ ਫੂਲ ਸਾਹਿਬ, ਜਦੋਂ ਤੁਸੀਂ ਦਿੱਲੀ ਤੋਂ ਫਤਿਹ ਕਰਕੇ ਵਾਪਸ ਆ ਰਹੇ ਸੀ ਗੁਰਨਾਮ ਚਨੂਨੀ ਤੇ ਤੁਸੀਂ ਇੱਕ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਗੁਰਨਾਮ ਚਨੂਨੀ ਪੋਲੀਟਿਕਸ ਦੇ ਵਿੱਚ ਵੀ ਆ ਰਹੇ ਆ, ਪਾਰਟੀ ਵੀ ਬਣਾ ਰਹੇ ਆ, ਐਲਾਨ ਕਰਤਾ ਉਹਨਾਂ ਨੇ ਕਿ ਤੁਸੀਂ ਸਪੋਰਟ ਕਰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਬਦਲਾਅ ਹੋਣਾ ਚਾਹੀਦਾ ਸਿਆਸਤ ਦੇ ਵਿੱਚ, ਹੋਣਾ ਚਾਹੀਦਾ। ਤੁਸੀਂ ਤੁਹਾਡੇ ਨਜ਼ਰੀਏ ਤੋਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਕਿ ਸਿਆਸਤ ਦੇ ਵਿੱਚ ਆਉਂਗੇ? ਦੇਖੋ ਜੀ ਅਸੀਂ ਤਾਂ ਉਹੀ ਉਦੋਂ ਸਾਡੀ ਜਿਹੜੀ ਵੱਡੀ ਗੱਡੀ ਸੀਗੀ ਉਹ ਖੁੱਲੀ ਗੱਡੀ ਸੀ, ਟਰਾਲਾ ਟਾਈਪ ਸੀਗਾ 51 ਫੁੱਟ ਦੀ ਲੰਬਾ ਟਰੈਕਟਰ ਮਗਰ ਤੇ ਉਹ ਖੁੱਲਾ ਸੀਗਾ ਸਾਰੇ ਆਗੂ ਤਾਂ ਕਿ ਉਹਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਖੜ ਸਕਣ। ਤੇ ਉਸ ਦੇ ਵਿੱਚ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਚੈਨਲ ਵਾਲਿਆਂ ਨੂੰ ਬਈ ਜਿਹੜਾ ਮੇਰੀ ਬਾਈਟ ਕਰ ਰਿਹਾ ਸੀਗਾ ਗੁਰਨਾਮ ਸਿੰਘ ਵੀ ਕੋਲ ਹੀ ਖੜ ਰਹੇ ਸੀਗੇ ਤੇ ਮੈਂ ਵੀ ਨਾਲ ਹੀ ਸੀਗਾ ਉਹਨਾਂ ਦੇ ਖੜੇ ਦੇ ਹਾਜ਼ਰੀ 'ਚ ਕਹਿੰਦਾ ਸੀਗਾ ਵੀ ਇਹ ਜਿਹੜਾ ਮਿਸ਼ਨ ਪੰਜਾਬ ਹੈ ਜਾਂ ਚੋਣਾਂ 'ਚ ਪਾਰਟੀ ਕਿਸਾਨਾਂ ਦੀ ਇੱਕ ਪਾਰਟੀ ਹੋਵੇ, ਦੂਜੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੀਆਂ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਛੱਡ ਕੇ ਜਿਹੜੇ ਅੰਦੋਲਨਕਾਰੀ ਕਿਸਾਨ ਹੈ, ਮਜ਼ਦੂਰ ਹੈ ਜਾਂ ਹੋਰ ਵਰਗ ਹੈ ਜਿਹੜੇ ਕੋਈ ਬੁੱਧੀਜੀਵੀ ਵੀ ਹੈਗੇ ਜਿਹੜੇ ਅੰਦੋਲਨ ਦੇ ਪੱਖ 'ਚ ਲਿਖਦੇ ਰਹੇ, ਉਹਨਾਂ ਸਾਰਿਆਂ ਦੀ ਬੁੱਧੀਜੀਵੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਇੱਕ ਸਾਂਝੀ ਨਵੀਂ ਪਾਰਟੀ ਅਸੀਂ ਬਣਾਵਾਂਗੇ। ਗੁਰਨਾਮ ਸਿੰਘ ਨੇ ਕਿਹਾ ਸੀਗਾ ਤੇ ਉਹਦੇ ਚੋਣਾਂ ਲੜਾਂਗੇ। ਤੁਸੀਂ ਸਹਿਮਤ ਹੋ? ਨਹੀਂ, ਅਸੀਂ ਉਹਨਾਂ ਨੂੰ ਕਹਿਤਾ ਸੀਗਾ ਵੀ ਠੀਕ ਹੈ ਇਹ ਇਹਨਾਂ ਦਾ ਵਿਚਾਰ ਹੈਗਾ ਬਈ ਅਸੀਂ ਪਹਿਲਾਂ ਜਿਹੜੀਆਂ ਪਰਖੇ ਹੋਏ ਚੱਲੇ ਹੋਏ ਕਾਰਤੂਸ ਹੈ ਉਹਨਾਂ ਨੂੰ ਪਹਿਲਾਂ ਪਾਵਰ ਦੇ ਕੇ ਭੇਜ ਦਿੰਦੇ ਆ ਆਪਦੀਆਂ ਵੋਟਾਂ ਨਾਲ, ਉਦੋਂ ਬਾਅਦ ਉਹਨਾਂ ਦੇ ਛਿੱਤਰ ਖਾਣੇ ਆ। ਪਰ ਕਿਉਂ ਉਹਨਾਂ ਨੂੰ ਪਾਵਰ ਦਿੱਤੀ ਜਾਵੇ? ਉਹਨਾਂ ਨੂੰ ਜਿਹੜੇ ਕਿ ਪਹਿਲਾਂ ਤੁਹਾਡੀਆਂ ਪਾਵਰ ਲੈ ਕੇ ਤੁਹਾਡੇ ਤੇ ਉਹਨਾਂ ਨੇ ਉਹ ਡਾਂਗ ਹੈ ਜਿਹੜੀ ਸੱਤਾ ਵਾਲੀ ਡਾਂਗ ਹੈ, ਜਿਹੜੀ ਸੱਤਾ ਦੀ ਡਾਂਗ ਤੁਸੀਂ ਉਹਨਾਂ ਦੇ ਹੱਥ 'ਚ ਸੱਤਾ ਦਿੱਤੀ ਹੈ ਉਸੇ ਸੱਤਾ ਨੂੰ ਤੁਹਾਡੇ ਖਿਲਾਫ ਵਰਤਿਆ ਗਿਆ। ਕਿਉਂ ਨਾ ਜਿਹੜੇ ਜੇ ਮਤਲਬ ਜੇ ਤੁਸੀਂ ਬਣਾਉਣ ਵਾਲੇ ਹੈਗੇ ਆ ਤੁਸੀਂ ਆਪਦੀ ਪਾਰਟੀ ਬਣਾ ਕੇ ਆਓ, ਇਹ ਉਹਨਾਂ ਦਾ ਹੈ। ਮੈਂ ਕਹਿੰਦਾ ਵੀ ਠੀਕ ਆ, ਸਾਡਾ ਜਿਹੜੀ ਜਥੇਬੰਦੀ ਹੈ ਵੀ ਜੋ ਕ੍ਰਾਂਤੀਕਾਰੀ ਦਾ ਜਿਹੜਾ ਸਾਡਾ ਵੀ ਘੱਟੋ ਘੱਟ 40-40 ਸਾਲ ਦਾ 35-35 ਸਾਲ ਦਾ ਇਤਿਹਾਸ ਹੋ ਗਿਆ। ਜਦੋਂ ਅਸੀਂ ਸਮਝਦੇ ਵੀ ਵੋਟਾਂ ਰਾਹੀਂ ਕੋਈ ਤਬਦੀਲੀ ਨਹੀਂ ਹੋਣੀ, ਕੋਈ ਵੀ ਪਾਰਟੀ ਆ ਜੇ ਉਹਦੇ ਵਿੱਚ ਜਿਵੇਂ ਪਹਿਲਾਂ ਗੱਲ ਦੱਸੀ ਆ ਵੀ ਸਾਰਾ ਰਾਜ ਪ੍ਰਬੰਧ ਤਾਂ ਬਦਲਦਾ ਹੀ ਨਹੀਂ, ਸਿਰਫ ਇੱਕ ਅੰਗ ਦਾ ਛੋਟਾ ਜਿਹਾ ਹਿੱਸਾ ਬਦਲਦਾ, ਅੱਧਾ ਹਿੱਸਾ। ਸੋ ਇਸ ਕਰਕੇ ਵੀ ਇਹਨਾਂ ਦਾ ਪ੍ਰੋਗਰਾਮ ਹੈ, ਠੀਕ ਹੈ, ਇਹਨਾਂ ਨੂੰ ਇਹ ਅਪਣਾਉਣਗੇ ਮਿਸ਼ਨ ਪੰਜਾਬ, ਪਰ ਸਾਡਾ ਇਹਦੇ ਨਾਲੋਂ ਬਖਰੇਵਾ ਹੈਗਾ। ਹਾਂ, ਅਸੀਂ ਕੋਈ ਨਾ ਤਾਂ ਅੱਜ ਤੱਕ ਅਸੀਂ ਕਿਸੇ ਆਪ ਖੜੇ ਹੋਏ ਯੂਨੀਅਨ ਵੱਲੋਂ ਕੋਈ ਕੈਂਡੀਡੇਟ ਖੜਾ ਕੀਤਾ, ਨਾ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਕੀਤੀ ਹੈ। ਖੁਦ ਅਸੀਂ ਵੋਟ ਵੀ ਨਹੀਂ ਪਾਈ, ਮੈਂ ਨਹੀਂ ਵੋਟ ਪਾਈ, ਸਾਡੇ ਕੋਈ ਅਹੁਦੇਦਾਰ ਨਹੀਂ ਵੋਟ ਪਾਉਂਦਾ ਕੋਈ। ਠੀਕ ਹੈ, ਜਿਹੜੇ ਹੇਠਲੇ ਪਿੰਡਾਂ ਵਾਲੇ ਵਰਕਰ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਵੀ ਨਿਕਲਣਾ ਦਾ ਕੁਛ ਨਹੀਂ, ਇਹਦਾ ਜੇ ਤੁਹਾਡੀ ਇੱਛਾ ਹੈਗੀ ਵੋਟ ਪਾਉਣੀ ਆ ਪਾ ਦਿਓ, ਨਾ ਪਾਉਣੀ ਨਾ ਪਾ ਦਿਓ। ਕਹਿਣ ਦਾ ਭਾਵ ਅਸੀਂ ਨਿਰਪੱਖ ਰਹਿੰਦੇ ਹਾਂ। ਨਿਰਪੱਖ ਨਾ ਕਹਿ ਲਓ ਵੀ ਅਸੀਂ ਉਹਦੇ ਵਿੱਚ ਉਸ ਦਲ 'ਚ ਨਹੀਂ ਜਾਂਦੇ ਚੇਤਨ ਤੌਰ ਤੇ, ਨਾ ਅਸੀਂ ਹੁਣ ਜਾਈਏ। ਪਰ ਬਦਲਾਅ ਕਿਹੜੇ ਤਰੀਕੇ ਨਾਲ ਉਹੀ ਆ ਅਗਲਾ ਸਵਾਲ ਇਹ ਜਾਂਦਾ ਵੀ ਫਿਰ ਜਿਹੜਾ ਪੋਲੀਟੀਕਲ ਬਦਲਾਅ ਹੈਗਾ ਉਹ ਆਊ ਕਿਵੇਂ? ਜਿਹੜਾ ਪੋਲੀਟੀਕਲ ਬਦਲਾਅ ਹੈਗਾ ਵੀ ਜਾਂ ਕਹਿ ਲਓ ਵੀ ਪੋਲੀਟੀਕਲ ਬਦਲਾਅ ਦਾ ਵਿਕਲਪ ਦਾ ਕਹਿਣ ਦਾ ਭਾਵ ਜਿਹੜੇ ਇੱਥੋਂ ਦੇ ਸਾਰੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ, ਕਿਰਤੀ ਲੋਕ ਹੈ ਜਿਹੜੇ ਸਾਰੇ ਸਮਾਜ ਨੂੰ ਪੈਦਾ ਕਰਕੇ ਦਿੰਦੇ ਨੇ, ਜਿਹੜੇ ਜਾਂ ਸੇਵਾਵਾਂ ਦਿੰਦੇ ਨੇ, ਸਰਵਿਸ ਦਿੰਦੇ ਨੇ,
ਜਾਂ ਆਪਣਾ ਪੈਦਾਵਾਰ ਪੈਦਾ ਕਰਕੇ ਦਿੰਦੇ ਆ। ਪੈਦਾਵਾਰ ਭਾਵੇਂ ਖੇਤਾਂ 'ਚੋਂ ਹੈ, ਭਾਵੇਂ ਇੰਡਸਟਰੀ 'ਚੋਂ ਹੈਗੀ ਹੈ, ਉਹਦਾ ਪੈਦਾਵਾਰ ਦਾ ਖੇਤਰ ਭਾਵੇਂ ਖਾਣਾ 'ਚ ਹੈ, ਧਰਤੀ ਥੱਲੇ ਖਣਜ ਕੱਢਣ ਵਾਲਾ, ਉਹ ਸਾਰੀ ਲੇਬਰ ਹੈ ਜਿਹੜੀ ਉਹ ਸਮਾਜ ਨੂੰ ਸਾਰੀਆਂ ਚੀਜ਼ਾਂ ਪੈਦਾ ਕਰਕੇ ਕਾਰਖਾਨਿਆਂ 'ਚ, ਖਾਣਾ 'ਚ, ਖੇਤੀ 'ਚ ਦਿੰਦੇ ਆ। ਬਾਕੀ ਵਰਗ ਹੈ ਜਿਹੜੇ ਆਪਣੀਆਂ ਸਰਵਿਸ ਦਿੰਦੇ ਨੇ, ਸੇਵਾਵਾਂ, ਜੇ ਕੋਈ ਪੜ੍ਹਾਉਣ ਵਾਲੀ, ਕੋਈ ਕਾਸੇ ਵਾਲੀ, ਕੋਈ ਡਾਕਟਰੀ ਵਾਲੀ, ਕੋਈ ਇੰਜੀਨੀਅਰਿੰਗ ਵਾਲੀ, ਉਹ ਸਾਰੀਆਂ ਸੇਵਾਵਾਂ ਨੇ। ਸੋ ਜਿਹੜੇ ਸੇਵਾਵਾਂ ਦਿੰਦੇ ਨੇ ਜਾਂ ਪੈਦਾ ਕਰਦੇ ਨੇ ਜਿਹੜੇ ਵਰਗ ਹੈ ਜਿਹੜੇ, ਉਹਨਾਂ ਦੀ ਹੱਥ 'ਚ ਰਾਜਸੱਤਾ ਆਵੇ, ਫਿਰ ਕੁਛ ਸਿਸਟਮ ਬਦਲ ਸਕਦਾ। ਹੁਣ ਤੁਸੀਂ ਕਹੋਗੇ ਫਿਰ ਇਹਦਾ ਬਦਲ ਕੀ, ਉਹਨਾਂ ਦੇ ਹੱਥ 'ਚ ਕਿਵੇਂ ਆਊਗੀ, ਕਿਹੜੇ ਢੰਗ ਨਾਲ ਆਊਗੀ? ਉਹ ਸਾਡਾ ਹੈਗਾ ਵੀ ਵੋਟਾਂ ਰਾਹੀਂ ਨਹੀਂ ਆਉਂਦੀ, ਨਾ ਕਿਸੇ ਇਤਿਹਾਸ 'ਚ। ਤੁਸੀਂ ਇਹ ਸਮਝ ਲਓ ਵੀ ਦੁਨੀਆ ਦਾ ਇਤਿਹਾਸ ਪੜ੍ਹ ਲਓ। ਤਰੀਕਾ ਕਿਹੜਾ ਫਿਰ? ਤਰੀਕਾ ਤਾਂ ਉਹਨਾਂ ਵੀ ਲੋਕਾਂ ਦੀ ਸਾਰੇ ਖੇਤਰਾਂ 'ਚ, ਜੁਡੀਸ਼ਰੀ ਦੇ ਖੇਤਰ 'ਚ ਵੀ, ਐਗਜ਼ੈਕਟਿਵ ਦੇ ਖੇਤਰ 'ਚ ਵੀ, ਕਾਰਜਕਾਰੀ ਹੈ ਜਿਹੜਾ ਅੰਗ ਹੁੰਦਾ ਉਹਦੇ ਖੇਤਰ 'ਚ ਵੀ, ਵਿਧਾਨ ਪਾਲਿਕਾ, ਸਾਰੇ ਖੇਤਰਾਂ 'ਚ ਉਹਨਾਂ ਦੀ ਤਾਕਤ ਬਣੇ। ਉਹ ਬਣੂਗੀ, ਮੇਰਾ ਗੱਲ ਸੁਣ ਲਓ। ਉਹ ਐ ਨਹੀਂ ਵੀ ਤੁਸੀਂ ਕੱਲੀਆਂ ਵੋਟਾਂ ਨਾਲ ਵੀ ਤੁਸੀਂ ਕਹਿੰਦੇ ਪਾਰਲੀਮੈਂਟ 'ਚ ਅਸੀਂ ਜਾਵੜੇ ਤੇ ਆ ਜਾਊਗਾ। ਜਦੋਂ ਉਹਦੀ ਹੋਊਗੀ ਹੇਠਾਂ ਤੋਂ ਜਿਹੜੀ ਉਹ ਉਸਰੂਗੀ ਸੱਤਾ, ਕਿਸਾਨਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ, ਬੁੱਧੀਜੀਵੀਆਂ ਦੀ, ਜਿਹੜੇ ਲੋਕ ਪੱਖੀ ਬੁੱਧੀਜੀਵੀ ਆ, ਉਹਨਾਂ ਦੀ ਸੱਤਾ ਥੱਲੇ ਉਸਰਦੀ ਹੋਈ, ਪਹਿਲਾਂ ਪਿੰਡ ਲੈਵਲ ਤੇ ਉਸਰੂ, ਫਿਰ ਬਲਾਕ ਲੈਵਲ ਤੇ ਉਸਰੂ, ਫਿਰ ਉਦੋਂ ਉੱਪਰ ਫਿਰ ਸੈਂਟਰ ਲੈਵਲ ਤੇ ਉਸਰੂਗੀ। ਮਤਲਬ ਥੱਲੇ ਤਾਂ ਨੂੰ ਉਸਰੂਗੀ, ਤਾਂ ਤੋਂ ਥੱਲੇ ਨੂੰ ਨਹੀਂ ਆਉਂਦੀ ਉਹ। ਸੋ ਇਹਦੇ 'ਚ ਸਾਡਾ ਹੈਗਾ ਵੀ ਪਹਿਲਾਂ ਜਿਵੇਂ ਹੁਣ ਇੱਕ ਦਬਦਬਾ ਬਣਿਆ ਕਿਸਾਨ ਜਥੇਬੰਦੀਆਂ ਦਾ, ਕਿਸਾਨਾਂ ਦਾ, ਕਿਰਤੀ ਆਪਣਾ ਕਿਸਾਨ ਜਥੇਬੰਦੀਆਂ ਦਾ, ਇਹਨੂੰ ਦਬਦਬੇ ਨੂੰ ਵਰਤਦੇ ਹੋਏ ਥੱਲੇ ਸ਼ੁਰੂ ਕਰੋ। ਇਹ ਵੀ ਪਿੰਡ 'ਚ ਜੋ ਵੀ ਫੈਸਲਾ ਹੋਵੇ ਉਹ ਕੋਈ ਮਹਿਕਮਾ ਆ ਕੇ ਨਾ ਕਰੇ ਕੋਈ ਸਰਕਾਰ ਦਾ, ਵੀ ਆਹ ਭਾਈ ਕਰਤਾ। ਇਹ ਪਿੰਡ ਦਾ ਜਿਹੜਾ ਵਿਕਾਸ ਹੈ, ਪਿੰਡ ਦੀ ਭਲਾਈ ਹੈ, ਉਹਦੀਆਂ ਸਾਰੀਆਂ ਸਰਕਾਰ ਦਾ ਕੰਮ ਫੰਡ ਦੇਣਾ ਹੈ। ਬਾਕੀ ਸਾਰੀ ਪਲੈਨਿੰਗ ਹੈ ਉਹ ਪਿੰਡ ਵਾਲੇ ਲੋਕ ਕਰਨ, ਪਿੰਡ ਵਾਲੀਆਂ ਜਥੇਬੰਦੀਆਂ ਕਰਨ। ਪਿੰਡ ਦੀਆਂ ਜਥੇਬੰਦੀਆਂ ਰਲ ਕੇ, ਜਿਵੇਂ ਆਹ ਆਪਣਾ ਸੰਯੁਕਤ ਕਿਸਾਨ ਮੋਰਚਾ ਬਣਾ ਲਿਆ, ਐਵੇਂ ਰਲ ਕੇ ਸੰਯੁਕਤ ਪੰਚਾਇਤ, ਕਹਿ ਲਓ ਲੋਕ ਪੰਚਾਇਤ, ਲੋਕ ਪੰਚਾਇਤਾਂ ਬਣਨਾ ਉਹ ਉੱਥੇ ਪ੍ਰਬੰਧ, ਇਹ ਵੀ ਬਲਾਕ ਲੈਵਲ ਤੇ ਫਿਰ ਸਾਰਾ। ਹੁਣ ਤਾਂ ਪਿੰਡਾਂ ਦਾ ਪੁੱਛਦੇ ਹੀ ਨਹੀਂ ਕੋਈ ਬਲਾਕ ਲੈਵਲ ਤੇ ਕੀ ਪ੍ਰਬੰਧ ਚੱਲਦਾ। ਸਾਰਾ ਕੁਝ ਕਹਿ ਰਹੇ ਹੋ ਕਿ ਲੋਕਾਂ ਦਾ ਕੋਸ਼ਾ ਗੋਲ ਇਹ ਕਹਿਣਾ ਹੈ ਕਿ ਸਿਆਸਤ ਦੇ ਬਚਾਉਣ ਨਾਲ ਹੀ ਬਦਲਾਅ ਹੋ ਸਕਦਾ ਹੈ। ਚਾਹੇ ਗੁਰਨਾਮ ਤਲੂਨੀ ਹੋਣ ਜਾਂ ਹੋਰ ਵੀ ਆਗੂ ਨੇ, ਰਕੇਸ਼ ਟਕੈਤ ਦਾ ਆਪਣਾ ਬਿਆਨ ਹੈ, ਰਾਜਲ ਸਾਹਿਬ ਦਾ ਆਪਣਾ ਬਿਆਨ ਹੈ, ਤਾਂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪ੍ਰੈਸ਼ਰ ਗਰੁੱਪ ਬਣਨਾ ਚਾਹੀਦਾ, ਪੋਲੀਟਿਕਸ ਪਾਰਟੀ ਨਹੀਂ ਬਣਨੀ ਚਾਹੀਦੀ, ਪ੍ਰੈਸ਼ਰ ਗਰੁੱਪ ਬਣਨਾ ਚਾਹੀਦਾ। ਤੁਸੀਂ ਕਿਵੇਂ ਸਹਿਮਤ ਹੋ ਇਹਨਾਂ ਗੱਲਾਂ ਦੇ ਨਾਲ? ਦੇਖੋ ਜੀ, ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਇਹਦੇ ਨਾਲ ਸੱਤਾ ਚੇਂਜ ਨਹੀਂ ਹੁੰਦੀ ਵੋਟਾਂ ਨਾਲ, ਉਹ ਸਿਰਫ ਚਿਹਰੇ ਬਦਲਦੇ ਆ, ਪਲੇਟਾਂ ਬਦਲਦੀਆਂ, ਨੇਮ ਪਲੇਟਾਂ ਪੁਰਾਣੀਆਂ ਬਦਲ ਕੇ ਜਿਹੜਾ ਸਿਸਟਮ ਹੈ, ਜਿਹੜਾ ਸਾਰਾ ਐਗਜ਼ੈਕਟਿਵ ਹੈ। ਮੰਨ ਲਓ ਮੈਂ ਪਹਿਲਾਂ ਵੀ ਮਿਸਾਲ ਦਿੱਤੀ ਹੈ, ਜਿਹੜਾ ਤਿੰਨ ਅੰਗ ਨੇ ਸਰਕਾਰ ਦੇ, ਇੱਕ ਵਿਧਾਨ ਪਾਲਿਕਾ ਹੋ ਗਈ ਜਿੱਥੇ ਐਮਐਲਏ ਐਮਪੀ ਜਾਂਦੇ ਨੇ, ਇੱਕ ਕਾਰਜਪਾਲਿਕਾ ਹੋ ਗਈ ਸਾਰੀ ਜਿਹੜੀ ਬਿਊਰੋਕ੍ਰੇਸੀ ਆ, ਉੱਚ ਅਧਿਕਾਰੀ ਹੈ, ਜ਼ਿਲ੍ਹੇ ਦੇ ਅਧਿਕਾਰੀ ਤੋਂ ਲੈ ਕੇ ਸੈਂਟਰ ਦੇ ਅਧਿਕਾਰੀਆਂ ਤੱਕ ਪੱਕੀ ਸਰਕਾਰ ਕਹਿ ਦਿੰਦੇ ਆ ਜਿਹਨੂੰ, ਸੈਕਟਰੀਸ਼ਿਪ ਹੈ, ਕਮਿਸ਼ਨਰ ਹੈ, ਉਹਦਾ ਕੋਈ ਚੇਂਜ ਨਹੀਂ ਹੁੰਦੇ, ਉਹ ਜਿਉਣੇ ਤੇ ਰਹਿੰਦੇ ਨੇ। ਜਿਹੜੀ ਨਿਆਂਪਾਲਿਕਾ ਹੈਗੀ ਆ, ਵੱਡਾ ਅੰਗ ਹੈ ਰਾਜ ਦਾ, ਇੱਕ ਜੁਡੀਸ਼ਰੀ ਹੈ ਜਿੱਥੇ ਵੱਡੇ ਵੱਡੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਦੇ ਆ, ਉਹ ਜੁਡੀਸ਼ਰੀ ਦੇ ਜੱਜ ਆ, ਉਹ ਨਹੀਂ ਬਦਲਦੇ। ਭਾਵੇਂ ਕਾਂਗਰਸ ਵੇਲੇ ਵੀ ਉਹੀ ਹੈ, ਨਵੀਂ ਸਰਕਾਰ ਆ ਜੇ ਉਦੋਂ ਵੀ ਉਹੀ ਰਹਿਣਗੇ। ਸੋਚ ਬਦਲ ਸਕਦੀ ਆ? ਨਹੀਂ ਜੀ, ਦੇਖੋ ਜੀ, ਬਦਲਾਅ ਹੋਊਗਾ ਪਰ ਪਾਲਿਸੀ ਬਦਲਣੀ ਹੈ। ਨਹੀਂ, ਉਹ ਤੁਸੀਂ ਗੱਲਾਂ ਜਿਹੜੀਆਂ ਕਰਦੇ ਆ ਨਾ, ਉਹ ਜਿਹੜਾ ਪੋਲੀਟੀਕਲ ਮੁੱਦਾ ਹੈਗਾ, ਰਾਜ ਬਦਲਣ ਦਾ ਮੁੱਦਾ, ਉਹ ਇੱਕ ਜ਼ਿਆਦਾ ਗੁੰਝਲਦਾਰ ਮੁੱਦਾ ਹੈ। ਉਹਨੂੰ ਐਡਾ ਸੌਖਾ ਨਹੀਂ ਵੀ ਜਿਵੇਂ ਹੁਣ ਤੁਸੀਂ 3 ਕਾਨੂੰਨ ਰੱਦ ਕਰਵਾ ਲਏ ਅੰਦੋਲਨ ਕਰਕੇ, ਤੇ ਆਏ ਇੱਕ ਅੰਦੋਲਨ ਕਰਕੇ ਤੁਸੀਂ ਸਾਰਾ ਰਾਜ ਬਦਲ ਦਿਓਗੇ। ਰਾਜ ਜਿਹੜੇ ਬਦਲੇ ਜਾਂਦੇ ਆ, ਕ੍ਰਾਂਤੀ ਰਾਹੀਂ ਰਾਜ ਬਦਲੇ ਜਾਂਦੇ ਆ, ਇਨਕਲਾਬਾਂ ਰਾਹੀਂ ਰਾਜ ਬਦਲੇ। ਦੁਨੀਆ ਦੀ ਹਿਸਟਰੀ ਕੱਢ ਲਓ ਤੁਸੀਂ। ਇਨਕਲਾਬ ਇੱਕ ਸਿਆਸੀ ਨਾਰਾ, ਸਿਖਰ ਦਾ ਸਿਆਸੀ ਨਾਰਾ ਹੈ। ਨਹੀਂ, ਉਹ ਇਨਕਲਾਬਾਂ ਰਾਹੀਂ ਰਾਜ ਬਦਲਦੇ। ਇਸ ਕਰਕੇ ਅਸੀਂ ਕਹਿੰਦੇ ਹੁਣ ਤੁਸੀਂ ਕਹੋਗੇ ਵੀ ਫਿਰ ਵੀ ਤੁਹਾਡੀ ਕੀ ਕਿਸਾਨ ਜਥੇਬੰਦੀ ਦੀ ਕੀ ਥਿਉਰੀ ਆ, ਫਿਰ ਤੁਸੀਂ ਕੀ ਇਹਦੀ ਤਿਆਰੀ ਕਰ ਰਹੇ ਹੋ? ਚਲ ਵੋਟਾਂ 'ਚ ਤਾਂ ਹਿੱਸਾ ਲੈਂਦੇ ਨੇ ਪੰਜਾਬ ਦੀਆਂ। ਮੈਂ ਬਾਕੀ ਗੱਲ ਇਹ ਕਿ ਜਿਹੜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਹੁਣ ਦਿੱਲੀ ਵਾਲੇ ਅੰਦੋਲਨ 'ਚ ਸ਼ਾਮਲ ਸੀਗੀਆਂ, ਉਹਦੇ 'ਚ ਅਸੀਂ 3 ਹੀ ਹੈ ਜਿਹੜੀਆਂ ਵੋਟਾਂ 'ਚ ਨਹੀਂ ਭਾਗ ਲੈਂਦੀਆਂ। ਨਾ ਅਸੀਂ ਆਪਦੇ ਕੈਂਡੀਡੇਟ ਖੜੇ ਕੀਤੇ, ਨਾ ਕਿਸੇ ਦੀ ਸਪੋਰਟ ਕੀਤੀ। ਬਾਕੀ ਲੈਣਗੀਆਂ, ਬਾਕੀ ਦੀ ਤਾਂ ਪੂਰੀ ਦੌੜ ਲੱਗੀ ਹੋਈ ਹੈ। ਉਹ ਐ ਨਹੀਂ ਵੀ ਉਹਨਾਂ ਦੇ ਪਿੱਛੇ ਕੀ ਹੈ ਵੀ ਮੈਂ ਕਿਸੇ ਨੂੰ ਹੈਗਾ ਵੀ ਫੀਲਿੰਗ ਲੈ ਰਿਹਾ ਵੀ ਮੈਂ ਮੁੱਖ ਮੰਤਰੀ ਬਣ ਜੂ। ਕਈ ਤਾਂ ਇਹੋ ਜਿਹੇ ਵੀ ਹੈਗੇ ਸਾਡੇ ਕਿਸਾਨ ਜਥੇਬੰਦੀਆਂ ਵਾਲੇ, ਕਈਆਂ ਦੀ ਫੀਲਿੰਗ ਇਹ ਹੈਗੀ ਆ ਵੀ ਮੈਂ ਚੱਲ ਜੇ ਮੁੱਖ ਮੰਤਰੀ ਨਾ ਬਣੂ ਮੈਂ ਮੰਤਰੀ ਬਣ ਜੂ, ਕਈ ਨੇ ਕਿ ਚੇਅਰਮੈਨ ਬਣ ਜੂ। ਵੀ ਇਸੇ ਜਿਹੜੇ ਇਹ ਪੁਰਾਣਾ ਸਿਸਟਮ ਹੈ ਜਿਹੜਾ, ਇਹਦੇ ਵਿੱਚੋਂ ਸੱਤਾ ਕੁਛ ਨਾ ਕੁਛ ਮੈਨੂੰ ਮਿਲ ਜੇ ਤੇ ਉਹਨੂੰ ਫਿਰ ਮੈਂ ਸੱਤਾ ਨੂੰ ਦੇ ਆਸਰੇ ਮੈਂ ਆਪਦਾ ਵੀ ਕਰਾਂ ਤੇ ਬਾਕੀ ਲੋਕਾਂ ਨੂੰ ਵੀ ਮਗਰ ਲਾਵਾਂ। ਅਸੀਂ ਕਹਿੰਦੇ ਆ ਜਿਹੜੀ ਇਹ ਦੌੜ ਹੈ, ਇਹਦੇ 'ਚ ਜਿਹੜਾ ਸਾਡਾ ਮਾਨ ਤਾਨ ਬਣਿਆ ਹੁਣ ਅੰਦੋਲਨ ਕਰਕੇ, ਮੈਨੂੰ ਲੱਗਦਾ ਵੀ ਜਾਊਗਾ ਇਹ।
ਕਿਉਂਕਿ ਅੰਦੋਲਨ ਹੋਰ ਚੀਜ਼ ਹੈ। ਜਿਹੜਾ ਹੁਣ ਸਾਨੂੰ ਸਪੋਰਟ ਮਿਲੀ ਹੈ ਅੰਦੋਲਨ ਕਰਕੇ ਸਪੋਰਟ ਮਿਲੀ ਹੈ। ਜੇ ਅਸੀਂ ਕੱਲ ਨੂੰ ਕਹਿੰਦੇ ਕਿ ਵੀ ਭਾਈ ਹੁਣ ਸਾਨੂੰ ਵੋਟਾਂ ਪਾਓ, ਜ਼ਰੂਰੀ ਨਹੀਂ ਵੀ ਵੋਟਾਂ ਪਾਉਣ, ਐ ਵੀ ਕਹਿ ਸਕਦੇ ਯਾਰ ਬਸ ਤੁਹਾਡਾ ਲੱਗ ਗਿਆ ਪਤਾ ਇਹ। ਸੋ ਇਸ ਕਰਕੇ ਉਹ ਜਿਹੜੀ ਹੈਗੀ ਆ, ਜਿਹੜੀ ਉਹ ਬਾਕੀ ਜਥੇਬੰਦੀਆਂ ਹੈਗੀਆਂ, ਉਹ ਦੌੜ ਲੱਗੂਗੀ ਉਹਨਾਂ ਦੀ। ਤੁਹਾਡਾ ਸੰਪਰਕ ਹੁੰਦਾ ਚਰੂਨੀ ਦੇ ਨਾਲ? ਸੰਪਰਕ ਵਿੱਚ ਗੁਰਨਾਮ ਸਿੰਘ ਚਰੂਨੀ ਸੰਪਰਕ ਕੀ ਹੁੰਦਾ ਜੀ ਸਾਡਾ? ਅਸੀਂ ਇੱਕ ਕਿਸਾਨ ਸਮੂਹਾਂ ਦਾ ਇੱਕ ਫੈਡਰੇਸ਼ਨ ਬਣਾਈ ਆ ਸਾਡੀ, ਜਿਹਦੇ ਚ ਗੁਰਨਾਮ ਸਿੰਘ ਚਰੂਨੀ ਵੀ ਹੈਗਾ। ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਹੈ, 9 ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਉਹਦੇ ਵਿੱਚ। ਗੁਰਨਾਮ ਸਿੰਘ ਚਰੂਨੀ ਦਾ ਜਿਹੜੀ ਹਰਿਆਣੇ ਦੀ ਜਥੇਬੰਦੀ ਉਹ ਵੀ ਸ਼ਾਮਲ ਹੈ। ਬਹੁਤ ਅਸੀਂ ਕਲੋਜ਼ ਆ ਇੱਕ ਦੂਜੇ ਨਾਲ। ਅੱਜ ਜਦੋਂ ਹੁਣ ਦਿੱਲੀ ਤੋਂ ਅਸੀਂ ਫਤਿਹ ਮਾਰਚ ਤੋਰਿਆ ਵੀ, ਉਹ ਤੁਸੀਂ ਦੱਸਿਆ ਹੀ ਹੈ, ਉਹ ਵੀ ਅਸੀਂ ਇਕੱਠਿਆਂ ਨਹੀਂ ਤੋਰਿਆ। ਗੁਰਨਾਮ ਸਿੰਘ ਚਰੂਨੀ ਵੀ ਨਾਲ ਸੀ, ਮੈਂ ਵੀ ਨਾਲ ਸੀ। ਪਰ ਜਿਹੜਾ ਗੁਰਨਾਮ ਸਿੰਘ ਚਰੂਨੀ ਦਾ ਜਿਹੜਾ ਉਹਦਾ ਸਮਝ ਲਓ ਵੀ ਆਈਡੀਆ ਜਿਹੜਾ ਹੈਗਾ ਪੋਲੀਟੀਕਲ, ਉਹ ਸਾਡੇ ਨਾਲੋਂ ਵੱਖਰਾ ਹੈ। ਪਰ ਉਹ ਸਾਡਾ ਆਏ ਨਹੀਂ ਵੀ ਸਾਡੀ ਕੋਆਰਡੀਨੇਸ਼ਨ ਟੁੱਟ ਗਈ। ਉਹ ਕਹਿੰਦੇ ਵੀ ਠੀਕ ਹੈ, ਮੈਂ ਆਪਦਾ ਚਲਾਉਂਗਾ, ਤੁਸੀਂ ਜੇ ਨਹੀਂ ਵੀ, ਉਹ ਕਹਿੰਦੇ ਆ ਵੀ ਨਾਨ ਪੋਲੀਟੀਕਲ ਰਹਿਣਾ। ਸਾਨੂੰ ਕਹਿੰਦੇ ਹੁੰਦੇ ਤੁਸੀਂ ਨਾਨ ਪੋਲੀਟੀਕਲ ਹੈ, ਵੀ ਕਿਸੇ ਅਸੀਂ ਚੋਣ 'ਚ ਭਾਗ ਨਹੀਂ ਲੈਣਾ। ਜਿਹੜਾ ਚੋਣ 'ਚ ਭਾਗ ਨਹੀਂ ਲੈਂਦਾ ਨਾਨ ਪੋਲੀਟੀਕਲ ਕਹਿ ਦਿੰਦੇ। ਤੁਸੀਂ ਆਪਦੇ ਨਾਨ ਪੋਲੀਟੀਕਲ ਰਹੋ। ਪਰ ਉਹ ਪੰਜਾਬ ਮਿਸ਼ਨ ਚਲਾਉਣਗੇ। ਪੰਜਾਬ ਮਿਸ਼ਨ ਦਾ ਭਾਵ ਕੀ ਆ? ਉਹ ਕਹਿੰਦੇ ਵੀ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਅਸੀਂ ਜਿਹੜੇ ਅੰਦੋਲਨਕਾਰੀ ਲੋਕ ਹੈ, ਜਿਹੜੇ ਭਾਵੇਂ ਉਹ ਕਿਸੇ ਵੀ ਵਰਗ ਚੋਂ ਹੈ, ਕਿਸਾਨਾਂ ਚੋਂ ਹੈ, ਮਜ਼ਦੂਰਾਂ ਚੋਂ ਹੈ, ਹੋਰ ਮੱਧ ਵਰਗ ਹੈ, ਜਿਹੜੇ ਅੰਦੋਲਨ ਟੀਚਰ ਹੈ, ਜਿੰਨੇ ਵੀ ਕਰਮਚਾਰੀ ਆ, ਕੋਈ ਜਿਹੜੇ ਅੰਦੋਲਨ ਰਾਹੀਂ ਆਪਦਾ, ਜਿਨ੍ਹਾਂ ਨੇ ਡਾਂਗਾ ਖਾਧੀਆਂ ਨੇ, ਕੁੱਟ ਖਾਧੀ ਆ, ਅੰਦੋਲਨ ਰਾਹੀਂ ਆਪਦੇ ਵਰਗ ਦੇ ਹੱਕ ਦਵਾਏ ਆ, ਉਹ ਸਾਰੇ ਅੰਦੋਲਨਕਾਰੀ ਵਰਗਾਂ ਨੂੰ ਅਸੀਂ ਇਕੱਠਾ ਕਰਕੇ ਇੱਕ ਪੋਲੀਟੀਕਲ ਪਾਰਟੀ ਬਣਾਵਾਂਗੇ ਨਵੀਂ। ਪਿਛਲੀ ਰਵਾਇਤੀ ਪਾਰਟੀਆਂ ਨਾਲ ਕਿਸੇ ਨਾਲ ਵੀ ਅਸੀਂ ਗੱਠਜੋੜ ਨਹੀਂ ਕਰਾਂਗੇ। ਸਾਰੀਆਂ ਸੀਟਾਂ ਤੇ ਲੜਾਂਗੇ। ਬਖਰੇਵਾ ਹੋਊਗਾ ਪੋਲੀਟੀਕਲ ਪਾਰਟੀਆਂ ਦੇ ਨਾਲੋਂ। ਲਖੀਰਾ ਕਿਉਂ ਕਹਿੰਦੇ ਵੀ ਉਹ ਤਾਂ ਦੁਸ਼ਮਣ ਹੈ, ਜਿਹੜੀਆਂ ਇਹ ਤੋਂ ਪਹਿਲਾਂ ਸਾਰੀਆਂ ਪਰਖੀਆਂ ਹੋਈਆਂ ਨੇ, ਚੱਲੇ ਹੋਏ ਕਾਰਤੂਸ ਹੈ। ਉਹ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰੇ ਅਸੀਂ ਜਿਉਂਦਾ ਕਿਉਂ ਕਰਕੇ? ਉਹਨਾਂ ਦਾ ਮਿਸ਼ਨ ਹੈ ਵੀ ਅਸੀਂ ਕਰਾਂਗੇ, ਲੜਾਂਗੇ। ਅਸੀਂ ਭਾਵੇਂ ਸਰਕਾਰ ਛੱਡ, ਭਾਵੇਂ ਸਾਡੇ 5 MLA ਬਣ ਜਾਣ, ਅਸੀਂ ਤਾਂ ਲੜਨਾ। ਉਹ ਉਧਰ ਅਸੈਂਬਲੀ 'ਚ ਖਰੂ ਪਾਉਣਗੇ, ਅਸੀਂ ਸੜਕਾਂ ਤੇ ਖਰੂ ਪਾਵਾਂਗੇ। ਅਸੀਂ ਕਹਿੰਦੇ ਪਰ ਸਾਡਾ ਉਹਦੇ ਨਾਲੋਂ ਵੱਖਰੇਵਾ ਡਿਫਰੈਂਸ ਹੈ। ਇੱਕ ਉਹਨਾਂ ਨਾਲੋਂ ਅਸੀਂ ਕਹਿੰਦੇ ਆ ਵੀ ਇਹ ਚੋਣਾਂ ਹੋਰ ਚੀਜ਼ ਹੈ, ਅੰਦੋਲਨ ਹੋਰ ਚੀਜ਼ ਹੈ। ਸੋ ਇਸ ਕਰਕੇ ਚਲੋ ਉਹ ਜਮਾਉਣਗੇ, ਕੋਈ ਨਹੀਂ। ਕਿੰਨਾ ਕੁ ਚਿਰ ਦੀ ਗੱਲ ਹੈਗੀ ਹੈ। ਸਾਨੂੰ ਵੀ ਐ ਹੈਗਾ ਵੀ 4 ਫਰਵਰੀ ਨੂੰ ਵੋਟਾਂ ਪੈ ਜਾਣੀਆਂ ਨੇ, ਮਾਰਚ ਦੇ ਵਿੱਚ ਰਿਜ਼ਲਟ ਆ ਜਾਣੇ ਆ, ਪਤਾ ਲੱਗ ਜੂਗਾ। ਉਹ ਤੋਂ ਬਾਅਦ ਫਿਰ ਚੱਲ ਜੇ ਗੁਰਨਾਮ ਸਿੰਘ ਚਰੂਨੀ ਜਿੱਤ ਗਿਆ ਤਾਂ ਵੀ, ਹਾਰ ਗਿਆ ਤਾਂ ਵੀ, ਆਉਣਾ ਤਾਂ ਅੰਦੋਲਨ 'ਚ ਹੀ ਆਉਣਾ। ਉਸ ਤੋਂ ਬਾਅਦ ਜਿਹੜਾ ਵੱਡਾ ਅੰਦੋਲਨ ਹੈ ਗਾਹਾਂ 2024 ਤੋਂ ਬਾਅਦ ਦਿੱਲੀ ਨਾਲ ਇੱਕ ਵਾਰੀ ਫੇਰ ਸ਼ੁਰੂ ਹੋਣਾ MSP ਵਾਲੇ ਮਸਲੇ ਤੇ, ਉਹ ਅੰਦੋਲਨ ਦੀ ਤਿਆਰੀ ਹੋਣੀ ਹੈ। ਦੁਬਾਰੇ ਮੋਰਚਾ ਖੋਲੋਗੇ ਫਿਰ? MSP ਦੇ ਨਾਮ ਉਹਨਾਂ ਨੇ ਕੋਈ ਗਾਰੰਟੀ ਦਿੱਤੀ? ਖੋਲਾਂਗੇ ਕੀ ਜੀ, ਲੜਾਂਗੇ ਅਸੀਂ। ਬਿਲਕੁਲ ਕਹਿ ਕੇ ਆਏ ਆ। ਗੱਲ ਹੋਈ ਆ ਤੁਹਾਡੀ ਬਈ ਆ ਤਾਂ ਹੁਣ ਐ ਨਹੀਂ ਵੀ ਅਸੀਂ ਅੰਦੋਲਨ ਅਸੀਂ ਕਿਹਾ ਸਖਤ ਕਹਿ ਦਿੰਦੇ ਹਿੰਦੀ 'ਚ, ਸਸਪੈਂਡ ਕੀਤਾ, ਖਤਮ ਨਹੀਂ ਕੀਤਾ। ਸਸਪੈਂਡ ਦਾ ਮਤਲਬ ਵੀ ਕੁਝ ਸਮੇਂ ਲਈ ਇਹਨੂੰ ਰੋਕਤਾ ਤਾਂ ਕਿ ਫੌਜਾਂ ਮਾੜੀਆਂ ਜਿਹੀਆਂ ਦਮ ਵੀ ਲੈ ਲੈਣ, ਕੋਈ ਜਿਹੜੀ ਪ੍ਰੈਪਰੇਸ਼ਨ ਹੁੰਦੀ ਆ ਨਵੀਂ ਲੜਾਈ ਦੀ ਉਹ ਤਿਆਰੀ ਵੀ ਹੋ ਜੇ। ਤੇ ਉਸ ਤੋਂ ਬਾਅਦ ਮੈਂ ਸਮਝਦਾ ਵੀ 2024 ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ, ਉਦੋਂ ਪਹਿਲਾਂ 22 ਲਾ ਲਓ ਵੀ, ਸਾਰਾ ਵੀ 22 ਵੀ ਨਾ ਵੀ ਹੋਵੇ, 23 ਦੇ ਸ਼ੁਰੂ 'ਚ ਦਿੱਲੀ ਵਾਲਾ ਜਿਹੋ ਜਿਹਾ ਹੁਣ ਅੰਦੋਲਨ ਹੈ, ਏਡਾ ਵੱਡੇ ਅੰਦੋਲਨ ਸਾਰੇ ਇੰਡੀਆ ਦਾ MSP ਵਾਲੇ ਮਸਲੇ ਤੇ ਦੁਬਾਰੇ ਸ਼ੁਰੂ ਹੋਊਗਾ। ਇੱਕ ਗੱਲ ਹੋਰ ਆ ਫੂਲ ਸਾਹਿਬ, ਕਿ ਪੰਜਾਬ ਦੇ ਭਲੇ ਦੇ ਲਈ 32 ਕਿਸਾਨ ਮੰਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਕ ਹੋ ਕੇ ਲੜ ਸਕਦੀਆਂ? ਪੰਜਾਬ ਦੇ ਭਲੇ ਦੇ ਲਈ ਇੱਕ ਹੋ ਸਕਦੀਆਂ? ਇਲੈਕਸ਼ਨਾਂ ਦੇ ਮਸਲੇ ਤੇ ਇੱਕ ਨਹੀਂ ਹੋ ਸਕਦੀਆਂ। ਪੰਜਾਬ ਦੇ ਮਸਲੇ ਤੇ, ਪੰਜਾਬ ਦੇ ਭਲੇ ਦੇ ਲਈ, ਪੰਜਾਬ ਦਾ ਜੋ ਮਸਲਾ ਹੈਗਾ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ। ਜਿਵੇਂ ਹੁਣ ਇਹ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ, ਇਹਦੇ ਨਾਲ ਸਾਡੇ 17 ਨਵੰਬਰ ਨੂੰ ਪਿਛਲੇ ਮੀਟਿੰਗ ਹੋਈ ਸੀ, ਪਿਛਲੇ ਮਹੀਨੇ, ਤੇ ਅਸੀਂ ਇਹਨੂੰ ਕਿਹਾ ਸੀਗਾ ਵੀ ਕੈਪਟਨ ਤਾਂ ਨਹੀਂ ਵਾਅਦੇ ਪੂਰੇ ਕਰ ਸਕਿਆ, ਨਾ ਕਿਸਾਨਾਂ ਵਾਲੇ, ਨਾ ਨੌਜਵਾਨਾਂ ਵਾਲੇ, ਨਾ ਨੌਕਰੀਆਂ ਵਾਲੇ, ਕੋਈ ਨਹੀਂ ਕਰ ਸਕਿਆ, ਨਾ ਨਸ਼ੇ ਖਤਮ ਕਰ ਸਕਿਆ। ਹੁਣ ਤੂੰ ਕਹਿੰਦੇ ਵੀ ਕੈਪਟਨ ਨਹੀਂ ਕਰ ਸਕਦੇ, ਤੇਰਾ ਤੇ ਕੈਪਟਨ ਦਾ ਫਰਕ ਕੀ ਹੈ? ਤੁਸੀਂ ਕਿਉਂ ਨਹੀਂ ਕਰ ਸਕਦੇ? ਜਿਹੜੇ ਕਰਜ਼ਾ ਮਾਫੀ ਵਾਲੇ ਹੈਗੇ ਨੇ ਜਾਂ ਹੋਰ ਹੈ। ਚਲੋ ਉਹਨੇ ਕਿਹਾ ਵੀ ਮੈਂ ਚੋਣਾਂ ਤੋਂ ਪਹਿਲਾਂ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਮੈਂ ਐਲਾਨ ਕਰਕੇ ਜਾਊਂਗਾ। ਤੁਹਾਨੂੰ ਕੀ ਲੱਗਦਾ ਖਤਮ ਹੋ ਜੂ ਸਾਰਾ ਕੁਝ? ਸਾਡੇ ਹਿਸਾਬ ਨਾਲ ਐਲਾਨ ਹੋਊਗਾ ਜੀ। ਐਲਾਨ ਤਾਂ ਹੁਣ ਉਹ ਟੀਚਰ ਦੇ ਵਿੱਚ ਬਹੁਤੇ ਲੋਕ ਨੂੰ ਐਲਾਨ ਮੰਤਰੀ ਕਹਿਣ ਲੱਗ ਗਏ। ਐਲਾਨ ਮੰਤਰੀ ਦਾ ਮਤਲਬ ਐਲਾਨ ਕਰੀ ਜਾਓ, ਉਦੋਂ ਬਾਅਦ ਕੋਡ ਆਫ ਕੰਡਕਟ ਜਾਰੀ ਹੋ ਜਾਊਗਾ ਵੀ ਭਾਈ ਹੁਣ ਕੋਈ ਨਹੀਂ, ਸਾਡੀ ਸਰਕਾਰ ਦੁਬਾਰੇ ਬਣ ਲੈਣ ਦੇ, ਫਿਰ ਕਰਾਂਗੇ, ਦੁਬਾਰੇ ਬਣੇ ਨਾ ਬਣੇ ਉਹ। ਸੋ ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਉਹ ਐਲਾਨ ਜ਼ਰੂਰ ਕਰ ਦੂਗਾ ਇਹ ਵੀ ਭਾਈ ਜਿਵੇਂ ਪਹਿਲਾਂ ਕੈਪਟਨ ਨੇ ਵੀ ਐਲਾਨ ਹੀ ਕੀਤਾ ਸੀ ਵੋਟਾਂ ਵੇਲੇ, ਉਹੀ ਐਲਾਨ ਹੁਣ ਇਹ ਕਰ ਦੂਗਾ। ਪਰ ਐਲਾਨ ਚੋਣਾਂ ਤੋਂ ਪਹਿਲਾਂ ਲਾਗੂ ਹੋ ਜਾਏ ਅਮਲ 'ਚ, ਇਹ ਨਾ ਤਾਂ ਜੋ ਉਹਨਾਂ ਨੇ ਮੁਲਾਜ਼ਮਾਂ ਬਾਰੇ ਐਲਾਨ ਕੀਤੇ ਆ, ਟੀਚਰਾਂ ਬਾਰੇ ਰੋਜ਼ ਤਾਂ ਡਾਂਗਾ ਪਈ ਜਾਂਦੀਆਂ। ਜਥੇਬੰਦੀਆਂ ਲਾਗੂ ਕਰਵਾਉਣ ਦੇ ਲਈ ਠੋਸ ਕਦਮ ਚੁੱਕਣਗੀਆਂ? ਜਥੇਬੰਦੀਆਂ ਮੈਨੂੰ ਲੱਗਦਾ ਵੀ ਅਸੀਂ ਸੋਚਿਆ ਤਾਂ ਹੀ ਆ ਵੀ ਜਿਹੜਾ ਇਹਨਾਂ ਨੇ ਕਰਜ਼ੇ ਤੇ ਕੀਤਾ, ਉਹਦੇ ਤੇ ਤਾਂ ਇੱਕ ਵਾਰੀ ਇਹਨੂੰ ਦਿਖਾ ਕੇ ਝੱਟੇ ਨੂੰ ਚੋਣਾਂ ਤੋਂ ਪਹਿਲਾਂ, ਭਾਵੇਂ ਚੋਣਾਂ ਦੇ ਦੌਰਾਨ ਵੀ ਚੱਲੀ ਜਾਵੇ, ਆਪੇ ਜਦੋਂ ਉਧਰੋਂ
ਬਈ ਉੱਥੇ ਅੰਦੋਲਨ ਹੋਊਗਾ ਚੰਡੀਗੜ੍ਹ, ਉਧਰੋਂ ਦੀਆਂ ਚੋਣਾਂ ਹੋਣਗੀਆਂ, ਵਿੱਚੇ ਗਾਹ ਪਾ ਗਏ। ਚਲ ਹਜੇ ਹੁਣ ਪਰ ਸਾਡੀ ਹਜੇ ਕੋਈ ਡੇਟ ਡੂਟ ਨਹੀਂ ਰੱਖੀ, ਕਿਉਂਕਿ ਸੋਚਿਆ ਹੀ ਆ ਨਹੀਂ। ਹਾਂ, ਕਿਉਂਕਿ ਵੇਖੋ ਅਸੀਂ ਹੁਣ ਕੱਲ ਤਾਂ ਆਏ ਆ ਸਾਰੇ, ਜਿੰਨੀ ਚੱਲ ਖੁਸ਼ੀ ਆ, ਮਾਹੌਲ ਹੈਗਾ, ਜਸ਼ਨ ਮਨਾਇਆ ਲੋਕਾਂ ਨੇ, ਸੈਲੀਬ੍ਰੇਟ ਕੀਤਾ। ਕੱਲ ਤੁਸੀਂ ਫੂਲ ਵੀ ਦੇਖੇ ਹੁਣ, ਮਤਲਬ ਘਰ ਕੋਈ ਹੋਣਾ ਹੀ ਨਹੀਂ ਜਿਹੜਾ ਨਾ ਸ਼ਾਮਲ ਹੋਇਆ ਹੋਵੇ ਸਾਰੀ ਸੈਲੀਬ੍ਰੇਸ਼ਨ 'ਚ। ਇਸ ਕਰਕੇ ਇੱਕ ਦੋ ਦਿਨ ਤਾਂ ਬਾਕੀ ਇੱਕ ਆਪਣੇ ਪੰਜਾਬ ਦੀ ਕਿਸਾਨੀ ਹੈ ਸਾਰੀ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਹੈ ਇੱਕ ਪੰਜਾਬੀ ਦਾ ਕਵੀ ਹੈ, ਉਹਦਾ ਜਿਵੇਂ ਹੈਗਾ ਨਾ ਪੰਜਾਬ ਵਸਦਾ ਗੁਰੂ ਦੇ ਨਾਂ ਤੇ, ਗੁਰੂਆਂ ਦੇ ਨਾਂ ਤੇ ਦੱਸਦਾ। ਇੱਕ ਵਾਰੀ ਸਾਰਿਆਂ ਦੇ ਆਏ ਹੈਗੇ ਆ ਵੀ ਆਪਾਂ ਅੰਮ੍ਰਿਤਸਰ ਜਿਹੜਾ ਸਾਡਾ ਵੱਡਾ ਤੀਰਥ ਸਥਾਨ ਹੈ, ਹੈਡ ਹੈ, ਵੀ ਉੱਥੇ ਜਾ ਕੇ ਸ਼ੁਕਰਾਨਾ ਕਰਕੇ ਨਵੀਂ ਜਿਹੜੀ ਲੜਾਈ ਦੀ ਲਈ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹ ਕੰਮ ਉਹ ਸਾਡਾ 15 ਤੱਕ ਨਿਪਟ ਜੂਗਾ। ਮਾਰਚ ਕੀਤਾ ਜਾਊਗਾ, ਆਪ ਆਗੂ ਹੀ ਜਾਣਗੇ, ਤੁਸੀਂ ਜਾਓਗੇ? ਅਸੀਂ ਕਿਹਾ ਤਾਂ ਆਗੂਆਂ ਨੇ, ਪਰ ਮੈਨੂੰ ਐ ਲੱਗਦਾ ਵੀ ਉਹ ਵੀ ਮਾਰਚ ਹੀ ਬਣ ਜੂਗਾ, ਕਿਉਂਕਿ ਹਰੇਕ ਦੀ ਭਾਵਨਾ ਹੈਗੀ ਮੈਂ ਆਪਦੀ ਗੱਡੀ ਲੈ ਕੇ ਜਾਣਾ ਜੀ। ਕਿੰਨੀ ਤਰੀਕ ਨੂੰ ਜਾਣਾ ਅੰਮ੍ਰਿਤਸਰ ਦੀ? ਉਹਦੇ ਦੋ ਹੈ, ਇੱਕ ਤਾਂ ਅੱਜ ਜਾ ਰਹੇ ਆ, ਇੱਕ ਜਾਣਗੇ 15 ਨੂੰ, ਅਸੀਂ 15 ਨੂੰ ਕਰਨਾ। ਤੁਸੀਂ 15 ਨੂੰ ਜਾਣਾ? ਗ੍ਰਾਮ ਚੁੰਨੀ ਤੇ ਤੁਸੀਂ ਨਾਲ ਜਾਣਾ? ਹਾਂ, ਸਾਰੀਆਂ ਹੋਰ ਜਥੇਬੰਦੀਆਂ, ਸਿੱਖ ਜਥੇਬੰਦੀਆਂ ਵੀ ਹੈ, ਨਿਹੰਗ ਜਥੇਬੰਦੀਆਂ ਵੀ ਹੈ, ਕਿਸਾਨ ਜਥੇਬੰਦੀਆਂ ਪੰਜਾਬ ਵਾਲੀਆਂ ਵੀ, ਹਰਿਆਣੇ, ਉਹ ਸਾਡਾ 15 ਨੂੰ ਹੈਗਾ। ਇਸ ਕਰਕੇ 15 ਤੱਕ ਤਾਂ ਇਹੀ ਨਿਪਟੂਗਾ। ਇੱਕ ਗੱਲ ਹੋਰ ਆ ਫੂਲ ਸਾਹਿਬ, ਪੁਰਾਣੇ ਬਾਅਦ ਕੋਈ ਮੀਟਿੰਗ ਵਗੈਰਾ ਹੋ ਕੇ ਫੇਰ ਕੋਈ ਤੈਅ ਹੋ ਸਕਦਾ। ਪੁਰਾਣੇ ਇਤਿਹਾਸ ਦੀ, ਜਿਹੜੇ ਪੰਜਾਬ ਦੇ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ, ਜਿਹੜੇ ਪੁਰਾਣੇ ਹਮਲਾਵਰ ਸੀ ਜਿਹੜੇ, ਉਹ ਪੰਜਾਬ ਤੇ ਚੜ ਕੇ ਆਉਂਦੇ ਸੀ, ਜਿਹੜੇ ਮਿਸਲਾਂ ਪੰਜਾਬ ਦੇ ਵਿੱਚ ਸੀਗੀਆਂ ਉਹ ਉਦੋਂ ਇੱਕ ਹੋ ਜਾਂਦੀਆਂ ਸੀਗੀਆਂ। ਜਦੋਂ ਉਹ ਵਾਪਸ ਜਾ ਵੜਦੇ ਸੀ, ਪਰ ਮਿਸਲਾਂ ਦੇ ਵਿੱਚ ਆਪਸ ਵਿੱਚ ਮਤਭੇਦ ਹੋ ਜਾਂਦੇ ਸੀਗੇ, ਆਪਸ ਵਿੱਚ ਲੜ ਪੈਂਦੀਆਂ ਸੀ। ਤੁਹਾਡੇ ਵਿੱਚ ਕਿਉਂਕਿ ਇਹ ਬਖਰੇਵਾ ਹੈ, ਜਿਵੇਂ ਹੁਣ ਦੁਸ਼ਮਣ ਤੁਸੀਂ ਜਿੱਤ ਲਿਆ, ਪਰ ਪੰਜਾਬ ਦੇ ਵਿੱਚ ਆ ਕੇ ਫਿਰ ਉਹੀ ਮਤਭੇਦ ਹੋ ਗਏ, ਫਿਰ ਫਾਇਦਾ ਕੀ? ਨਹੀਂ ਦੇਖੋ ਜੀ, ਉਹ ਤਾਂ ਜਿਹੜਾ ਇਹ ਮੰਚ ਬਣਿਆ ਵੀ 32 ਜਥੇਬੰਦੀਆਂ ਕਹਿ ਲਓ, ਜਾਂ ਆਲ ਇੰਡੀਆ ਦਾ ਸਾਰੀਆਂ 500 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ, ਉਹ ਆਏ ਨੇ ਵੀ ਉਹਨਾਂ ਦਾ ਵਿਚਾਰਧਾਰਾ ਇੱਕ ਹੋ ਗਈ। ਉਹ ਤਾਂ ਸਿਰਫ ਇੱਕ ਇਸ਼ੂ ਤੇ, ਇੱਕ ਮੁੱਦੇ ਤੇ, ਕਾਨੂੰਨਾਂ ਵਾਲੇ ਮੁੱਦੇ ਤੇ ਇਕੱਠੇ ਆ। ਉਹਨਾਂ ਦੀ ਆਈਡੀਓਲੋਜੀ, ਪੋਲੀਟੀਕਲ ਆਈਡੀਓਲੋਜੀ, ਉਹਨਾਂ ਦੀ ਵਿਚਾਰਧਾਰਾ, ਉਹ ਸਾਰੇ ਦੇ ਵੱਖ-ਵੱਖ ਹੈ। ਪਰ ਪੰਜਾਬ ਦੇ ਮਸਲੇ ਦੀ ਜੇਕਰ ਗੱਲ ਕਰ ਲਈਏ, ਉੱਥੇ ਤਾਂ ਇੱਕ ਹੋ ਸਕਦੀਆਂ ਨੇ ਜਥੇਬੰਦੀਆਂ। ਨਹੀਂ, ਅੰਦੋਲਨ ਤੇ ਇੱਕ ਹੋ ਜਾਣਗੀਆਂ ਮੇਰੇ ਹਿਸਾਬ ਨਾਲ, ਵੀ ਇਲੈਕਸ਼ਨ ਵਾਲੇ ਮਸਲੇ ਤੇ ਇੱਕ ਨਹੀਂ ਹੋ ਜਾਣਗੀਆਂ। ਇਲੈਕਸ਼ਨ ਵਾਲੇ ਮਸਲੇ ਤੇ ਨਹੀਂ ਇੱਕ ਹੋ ਸਕਦੇ, ਸਾਹਮਣੇ ਆ ਜਾਊਗਾ ਤੁਹਾਡੇ ਕੋਲੇ। ਹਾਂ, ਅੰਦੋਲਨ ਹੈ ਜਿਹੜਾ, ਮਤਲਬ ਜੇ ਕੱਲ ਨੂੰ ਪੰਜਾਬ ਸਰਕਾਰ ਨਾਲ ਵੀ ਕੋਈ, ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੇ ਮੁੱਦੇ ਆ ਕਿਸਾਨਾਂ ਦੇ, ਉਹਨਾਂ ਦੇ, ਮਜ਼ਦੂਰਾਂ ਦੇ ਮੁੱਦੇ ਆ, ਉਹਨਾਂ ਤੇ ਅੰਦੋਲਨ ਇੱਕ ਹੋ ਸਕਦਾ ਛਾਟ ਕੇ। ਜਿਵੇਂ ਹੁਣ ਆ ਕਾਨੂੰਨਾਂ ਵਾਲੇ ਮਸਲੇ ਤੇ ਅੰਦੋਲਨ ਹੋਇਆ, ਇਵੇਂ ਕੱਲ ਨੂੰ ਕਿਸੇ ਹੋਰ ਮੁੱਦੇ ਤਾਂ ਇਕੱਠੀਆਂ ਹੋ ਸਕਦੀਆਂ ਜਥੇਬੰਦੀਆਂ। ਪਰ ਤੁਸੀਂ ਕਹਿ ਲਓ ਵੀ ਇਹ ਪੋਲੀਟੀਕਲ ਮੁੱਦੇ ਤੇ, ਇਲੈਕਸ਼ਨ ਵਾਲੇ ਮੁੱਦੇ ਤੇ ਇੱਕ ਹੋ ਜਾਣ ਸਾਰੀਆਂ 32, ਇਹ ਨਹੀਂ ਹੋਣਗੀਆਂ। ਲਿਖ ਲਓ ਭਾਵੇਂ ਅੱਜ। ਲਾਸਟ ਦਾ ਸਵਾਲ ਆ ਫੂਲ ਸਾਹਿਬ, ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੁਣ, ਜਾਂ ਨਸ਼ੇ ਦੀ ਗੱਲ ਕਰ ਲਈਏ, ਜਾਂ ਰੁਜ਼ਗਾਰ ਦੀ ਗੱਲ ਕਰ ਲਈਏ, ਵਿਦਿਅਕ ਢਾਂਚਾ, ਸਿਹਤ ਸਹੂਲਤਾਂ, ਖਿਲਾਰਾ ਪਿਆ ਵਾ, ਕਿ ਇਹਨਾਂ ਨੂੰ ਚੋਣਾਂ ਵੀ ਨਜ਼ਦੀਕ ਨੇ, ਕੋਡ ਆਫ ਕੰਡਕਟ ਵੀ ਲੱਗ ਜਾਣਾ 25 ਤਰੀਕ ਤੱਕ, ਕਿ ਉਦੋਂ ਪਹਿਲਾਂ ਤੁਹਾਨੂੰ ਕੋਈ ਹੱਲ ਹੁੰਦਾ ਦਿਸਦਾ ਤਾਂ ਜਥੇਬੰਦੀਆਂ ਠੋਸ ਕਦਮ ਇਹਦੇ ਖਿਲਾਫ ਵੀ ਪੰਜਾਬ ਦੇ ਵਿੱਚ ਚੁੱਕਣਗੀਆਂ? ਸਾਨੂੰ ਨਹੀਂ ਲੱਗਦਾ ਜੀ, ਕਿਉਂਕਿ ਇੱਕ ਤਾਂ ਹੁਣ ਟਾਈਮ ਹੀ ਥੋੜਾ ਰਹਿ ਗਿਆ। ਇਹ ਤਾਂ ਡੀਕਦੇ ਆ ਸਰਕਾਰ ਤਾਂ ਵੀ ਛੇਤੀ ਜਿਹੜਾ 23 ਦਸੰਬਰ ਨੂੰ ਕੋਡ ਆਫ ਕੰਡਕਟ ਹੈ 13 ਨੂੰ ਲੱਗ ਜੇ, ਉਹ ਤਾਂ ਐ ਚਾਹੁੰਦੇ ਆ। ਕਿਉਂ ਜਦੋਂ ਕੋਡ ਆਫ ਕੰਡਕਟ ਲਾਗੂ ਹੋ ਗਿਆ, ਉਹਨਾਂ ਨੂੰ ਐ ਹੋ ਜਾਂਦਾ ਵੇਖੋ ਜੀ ਹੁਣ ਤਾਂ ਅਸੀਂ ਕੁਛ, ਸਾਨੂੰ ਤਾਂ ਉੱਤੋਂ ਚੋਣ ਕਮਿਸ਼ਨ ਨੇ ਰੋਕਤਾ, ਹੁਣ ਅਸੀਂ ਕੁਝ ਨਹੀਂ ਦੇ ਸਕਦੇ ਹੁਣ ਤੁਸੀਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਚੋਣਾਂ ਤੱਕ ਇਹ ਕਿਸੇ ਵੀ ਵਰਗ ਨੂੰ ਕੁਝ ਦੇ ਦੇਣਗੇ। ਇਕੱਲੇ ਵਾਅਦੇ ਕਰਨਗੇ, ਚੋਣ ਵਾਅਦੇ ਐਲਾਨ ਕਰਨਗੇ, ਇਕੱਲੇ ਠੋਕੇ ਐਲਾਨ, ਪਰ ਦੇ ਦੇਣ ਕੁਛ ਇਹ ਨਹੀਂ ਲੱਗਦਾ ਸਾਨੂੰ। ਜੇ ਲੈਣਗੇ, ਜਿਹੜੇ ਲੈਣਗੇ ਉਹ ਲੜ ਕੇ ਲੈਣਗੇ, ਉਹ ਇਕੱਲੇ ਬੈਠਿਆਂ ਨੂੰ ਦੇ ਦੇਣ, ਕੋਈ ਬੈਠਾ ਨਹੀਂ ਦਿੰਦਾ। ਕਿਉਂਕਿ ਜਿਹੜਾ ਕਾਰਨ ਕੀ ਹੈ ਇਹਦਾ, ਵੀ ਸਾਡਾ ਜਿਹੜਾ ਐਵੇਂ ਅਸੀਂ ਲੋਕ ਰਾਜ ਕਹਿ ਦਿੰਦੇ ਆ, ਇਹ ਲੋਕ ਰਾਜ ਨਹੀਂ, ਲੋਕਤੰਤਰ ਨਹੀਂ ਹੈ। ਕਵਰ ਪਾਇਆ ਹੋਇਆ ਲੋਕਤੰਤਰ, ਅਸਲ ਚ ਲੋਕਤੰਤਰ ਰੌਲਾ ਵੱਧ ਪਾਇਆ ਹੋਇਆ। ਨਹੀਂ, ਰੌਲਾ ਨਹੀਂ, ਕਵਰ ਦਾ ਮਤਲਬ ਪਰਦਾ ਨਹੀਂ। ਜਿਵੇਂ ਕਹਿੰਦੇ ਲੋਕਤੰਤਰੀ ਰਾਜ ਆ, ਪਰ ਲੋਕਤੰਤਰ ਦੇਖ ਨਹੀਂ ਰਿਹਾ, ਹੈ ਹੀ ਨਹੀਂ, ਅਮਲ ਚ ਹੈ ਹੀ ਨਹੀਂ ਲੋਕਤੰਤਰ। ਇਸ ਕਰਕੇ ਜੇ ਲੋਕਤੰਤਰ ਹੋਵੇ ਫਿਰ ਤਾਂ ਧਰਨੇ ਮੁਜ਼ਾਹਰਿਆਂ ਦੀ ਲੋੜ ਹੀ ਨਾ ਹੋਵੇ। ਆਪ ਹੀ ਸਰਕਾਰ ਨੂੰ, ਲੋਕਾਂ ਦੀ ਜਿਹੜੀ ਸਰਕਾਰ ਉਹਨੂੰ ਪਤਾ ਹੁੰਦਾ ਵੀ ਲੋਕਾਂ ਦੀਆਂ ਪ੍ਰੋਬਲਮਾਂ ਕੀ ਹੈ, ਸਾਰੇ ਵਰਗਾਂ ਦੀਆਂ, ਮੱਧ ਵਰਗ ਹੈ, ਮੁਲਾਜ਼ਮ ਹੈ, ਵਪਾਰੀ ਹੈ, ਸਾਰੇ ਵਰਗਾਂ ਦੀਆਂ, ਉਹਨੂੰ ਜਿਹੜੀ ਲੋਕਾਂ ਦੀ ਸਰਕਾਰ ਹੁੰਦੀ ਪਤਾ ਹੁੰਦੀ ਹੈ, ਉਹ ਨੌਬਤ ਹੀ ਨਹੀਂ ਆਉਣ ਦਿੰਦੀ। ਪਰ ਇੱਥੇ ਕਵਰ ਪਾਇਆ ਜਾਂਦਾ ਲੋਕਾਂ ਦੀ ਸਰਕਾਰ ਦਾ। ਪਰ ਕੁਛ ਜਿਹੜੇ ਵਰਗ ਹੈ ਵੱਡੇ, ਜਿਵੇਂ ਕਾਰਪੋਰੇਟਸ ਘਰਾਣੇ ਹੋ ਗਏ, ਜਿਹੜਾ ਆਪਾਂ ਕਹਿੰਦੇ ਨਾ ਵੀ ਅਸੀਂ ਵਿਦੇਸ਼ੀਆਂ ਨੂੰ ਬਾਹਰ ਕੱਢਤਾ, 47 ਚ ਭਗਤ ਸਿੰਘ ਵਰਗੇ ਨੇ ਬਾਹਰ ਕੱਢਤਾ, ਕੋਈ ਬਾਹਰ ਬੂਰ ਨਹੀਂ ਨਿਕਲੇ। ਉਹ ਸਾਰੇ ਜਿਉਂਦੇ, ਸਿਰਫ ਉਹਨਾਂ ਦਾ ਇਹ ਵੀ ਪਰਦੇ ਪਿੱਛੇ ਚਲਿਆ ਗਿਆ। ਉਹ ਰੂਲ ਜਿਹੜਾ ਡਾਇਰੈਕਟ ਰੂਲ ਸੀਗਾ, ਅੰਗਰੇਜ਼ ਇੱਥੇ ਕਰਦਾ ਸੀਗਾ, ਬਸਤੀਵਾਦੀ ਕਰਦੇ ਸੀਗੇ, ਉਹ ਹੁਣ ਇਨਡਾਇਰੈਕਟ ਹੋ ਗਿਆ। ਉਹਨਾਂ ਦਾ ਸਾਰਾ ਬਿਜ਼ਨਸ, ਉਹਨਾਂ ਦਾ ਪੈਸਾ, ਉਹਨਾਂ ਦੀ ਪੂੰਜੀ, ਉਹ ਸਾਰੇ ਦਾ ਸਾਰਾ ਇਕੱਲੀ ਇਕਨੋਮੀ 'ਚ ਹੀ ਨਹੀਂ, ਮਿਲਟਰੀ 'ਚ,
ਸਾਰੇ ਖੇਤਰਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਹੈਗਾ, ਰਾਜ ਉਹਨਾਂ ਦਾ ਚੱਲ ਰਿਹਾ ਅਸਲ ਵਿੱਚ। ਇਹ ਗੱਲ ਉਹ ਗੁਲਾਮੀ ਵਾਲਾ ਰਾਜ ਆ ਨਾ, ਉਹ ਅਜੇ ਪੂਰੀ ਤਰ੍ਹਾਂ ਜਿਹੜਾ ਭਗਤ ਸਰਾਭੇ ਵਰਗਿਆਂ ਦੇ ਜਿਹੜੇ ਸੁਪਨੇ ਵਾਲਾ ਰਾਜ ਸੀਗਾ ਉਹ ਅਜੇ ਨਹੀਂ ਆਇਆ। ਇਹ ਗੱਲ ਹੋਰ ਆ ਫੂਲ ਸਾਹਿਬ, ਆਪਾਂ ਭਗਤ ਸਿੰਘ ਨੂੰ ਚੇਤੇ ਕਰਦੇ ਆ, ਉਹਨਾਂ ਦੀ ਫੋਟੋ ਤੋਂ ਚੇਤੇ ਕਰਦੇ ਆ, ਜਦੋਂ ਕੋਈ ਅੰਦੋਲਨ ਹੁੰਦਾ ਆਪਾਂ ਉੱਥੇ ਉਹਦੀਆਂ ਫੋਟੋਆਂ ਲਾਉਣੇ ਆ। ਪਰ ਇਹ ਜਿਹੜੀ ਅੰਦੋਲਨ ਲੜਿਆ ਗਿਆ ਇਹ ਮੂਵਮੈਂਟ ਕਿਹੜੀ ਸੀਗੀ? ਭਗਤ ਸਿੰਘ ਵਾਲੀ ਮੂਵਮੈਂਟ ਸੀਗੀ ਜਾਂ ਗਾਂਧੀਅਨ ਮੂਵਮੈਂਟ ਸੀਗੀ? ਕਿਹੜੀ ਮੂਵਮੈਂਟ ਸੀਗੀ ਇਹ ਮੂਵਮੈਂਟ ਕਿਹੜੀ ਸੀਗੀ? ਵੇਖੋ ਜੀ, ਜਿਹੜਾ ਸਾਲ ਭਰ ਸਬਰ ਨਾਲ ਬੈਠਣਾ, ਇੱਕ ਸਾਲ ਭਰ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਕੋਈ। ਇਹ ਸਬਰ ਨਾਲ ਬੈਠਣਾ ਇਹ ਤਾਂ ਸ਼ਾਂਤਮਈ ਦਾ ਹੀ ਪ੍ਰਤੀਕ ਹੈ, ਸ਼ਾਂਤਮਈ ਅੰਦੋਲਨ ਦਾ। ਪਰ ਇਹ ਜਿਹੜਾ ਜਿੱਤਿਆ ਗਿਆ ਮੋਰਚਾ ਹੈ ਇਹ ਇਕੱਲੇ ਸ਼ਾਂਤਮਈ ਨਾਲ ਨਹੀਂ ਜਿੱਤਿਆ ਗਿਆ। ਇਹਦੀ ਤਹਿ ਥੱਲੇ ਇੱਕ ਜਿਹੜੀ ਪੰਜਾਬ ਦੀ ਜੁਝਾਰੂ ਰਵਾਇਤ ਹੈ ਉਹ ਪਈ ਸੀਗੀ ਵੀ ਇਹ ਜਿਹੜੇ ਪੰਜਾਬੀ ਹੈ, ਠੀਕ ਹੈ, ਬੈਲੈਂਸ ਤਾਂ ਹੋਣਾ ਹੁੰਦਾ, ਕਿਸੇ ਤੇ ਆਪ ਹਮਲਾ ਕਰਨਾ ਵੀ ਆਪ ਹਮਲਾ ਨਹੀਂ ਕਰਦੇ ਨਾ ਅਸੀਂ ਕੀਤਾ। ਪਰ ਜੇ ਇਹਨਾਂ ਤੇ ਕੀਤਾ ਜ਼ਰੂਰੀ ਨਹੀਂ ਵੀ ਚੁੱਪ ਕਰਕੇ ਸਹਿ ਲੈਣ, ਜੇ ਇਹਨਾਂ ਤੇ ਕੀਤਾ ਤਾਂ ਇਹ ਰਿਐਕਟ ਵੀ ਕਰ ਸਕਦੇ। ਜਿਵੇਂ 2 ਥਾਂ ਰਿਐਕਸ਼ਨ ਹੋਇਆ, ਲਖੀਮਪੁਰ ਖੀਰੀ ਦੇ ਵਿੱਚ ਇਹਨਾਂ ਨੇ ਗੱਡੀਆਂ ਚੜਾ ਕੇ 4-5 ਜਾਣੇ ਸ਼ਰੇਆਮ ਦਰੜ ਕੇ ਮਾਰਤੇ। ਦਿੱਲੀ ਵੀ ਹੋਇਆ ਫਿਰ ਬਾਰਡਰ ਦੇ ਉੱਤੇ ਔਰਤਾਂ ਦੇ ਉੱਤੇ ਟਰੱਕ ਚੜਾਇਆ ਗਿਆ। ਹਾਂ ਨਹੀਂ ਉਹ ਛੋਟੀ ਘਟਨਾ, ਉਹ ਜ਼ਰੂਰੀ ਨਹੀਂ ਵੀ ਸਰਕਾਰ ਨੇ ਚੜਾਇਆ ਹੋਵੇ, ਉਹ ਐਕਸੀਡੈਂਟਲ ਕੇਸ ਵੀ ਹੋ ਸਕਦਾ। ਪਰ ਜਿਹੜਾ ਉਹ ਲਖੀਮਪੁਰ ਖੀਰੀ ਦੇ ਵਿੱਚ ਤਕੋਨੀਆਂ ਦੇ ਵਿੱਚ ਗੱਡੀਆਂ ਚੜਾਈਆਂ ਗਈਆਂ ਉਹ ਪਲਾਨ ਨਾਲ ਮੰਤਰੀ ਆ ਜਿਹੜਾ ਅਜੇ ਮਿਸ਼ਰਾ, ਟੈਣੀ ਮਿਸ਼ਰਾ ਕਹਿ ਦਿੰਦੇ ਆ ਜਿਹਨੂੰ, ਉਹਦੀ ਪਲੈਨਿੰਗ ਨਾਲ ਹੋਇਆ। ਪਰ ਉਸਨੇ ਇੱਕ ਉਹ ਤੋਂ ਬਾਅਦ ਰਿਐਕਸ਼ਨ ਦਿੱਤਾ ਜਿਹਦੇ ਵਿੱਚ ਲੋਕਾਂ ਨੇ ਫਿਰ ਇਹ ਹੋ ਗਿਆ ਵੀ ਭਾਵੇਂ ਕੋਈ ਲੀਡਰਾਂ ਨੇ ਨਹੀਂ ਕਰਾਇਆ, ਲੋਕਾਂ ਨੇ ਆਪ ਮਾਰੀ। ਫਿਰ ਜਿਹੜਾ ਉਹਨਾਂ ਦੇ ਡਿੱਕੇ ਆ ਗਿਆ, ਕੋਈ ਛੱਡਿਆ ਨਹੀਂ ਫਿਰ ਉਹਨਾਂ ਨੇ। ਅਸੀਂ ਉਹਨੂੰ ਐ ਨਹੀਂ ਕਹਿੰਦੇ ਵੀ ਉਹ ਮਤਲਬ ਰਿਐਕਸ਼ਨ ਆ ਇੱਕ। ਇਹ ਮਤਲਬ ਇਹਦੇ ਚੋਂ ਡਰਦੇ ਵੀ ਸੀਗੇ ਵੀ ਇਹ ਜਿਹੜੇ ਹੈਗੇ, ਜੇ ਇਹਨਾਂ ਨੂੰ ਜਿਵੇਂ ਡੂਮਣਾ ਹੁੰਦਾ, ਤੁਸੀਂ ਪਾਸੇ ਦੀ ਲੰਘ ਜਾਓ, ਕੋਲ ਦੀ ਕੁਝ ਨਹੀਂ ਛੇੜਦਾ, ਪਰ ਜੇ ਤੁਸੀਂ ਉਹਦੇ 'ਚ ਡੱਕਾ ਮਾਰੋਗੇ ਫਿਰ ਉਹ ਹਮਲਾ ਕਰਦਾ। ਇਸ ਕਰਕੇ ਜਿਹੜਾ ਡਰ ਸੀਗਾ, ਖਾਸ ਕਰਕੇ ਪੰਜਾਬ ਦਾ ਜਿਹੜਾ ਜੁਝਾਰੂ ਰਵਾਇਤ ਹੈਗੀ ਹੈ, ਜਿਵੇਂ ਕਰਨਾਲ 'ਚ ਹੋਇਆ 27 ਅਗਸਤ ਨੂੰ ਉਹਨਾਂ ਨੇ ਜਦੋਂ ਉਹਦਾ ਮੁੱਖ ਮੰਤਰੀ ਦਾ ਖੱਟਰ ਦਾ ਵਿਰੋਧ ਨਾਲ ਕਰਨਾ ਸੀਗਾ, ਉਹ ਹੈਲੀਪੈਡ ਘੇਰਿਆ ਗਿਆ। ਹੈਲੀਪੈਡ ਕੋਲੇ ਤਾਂ ਜਾਣ ਨਹੀਂ ਦਿੱਤਾ ਉਹਨਾਂ ਨੇ, ਹੈਲੀਪੈਡ ਤੋਂ ਉਤਰੇ ਹੀ ਨਹੀਂ। ਫਿਰ ਉਹ ਆਪਦਾ ਉਹ ਰੈਲੀ ਕਰਕੇ ਮੁੜ ਗਏ। 4 ਸਫੇਰੇ ਸਾਰੀ ਇੱਕ ਫੌਜੀ ਛਾਉਣੀ ਵਾਂਗੂ ਕਰਤਾ। ਇੱਕ ਐਸਡੀਐਮ ਨੇ ਹੁਕਮ ਵੀ ਦੇਤਾ ਵੀ ਜੇ ਹੁਣ ਇਹ ਹੈਲੀਪੈਡ ਕੋਲੇ ਆਏ ਭਾਵੇਂ ਸਿਰ ਵੀ ਭੰਨ ਦਿਓ ਇਹਨਾਂ ਦੇ, ਕੋਈ ਪਰਵਾਹ ਨਹੀਂ, ਬਕਾਇਦਾ ਹਦਾਇਤਾਂ ਦੇ ਰਿਹਾ। ਉਸ ਨੇ ਵੀ ਫਿਰ ਉਸ ਤੋਂ ਬਾਅਦ ਇਲੈਕਸ਼ਨ 'ਚ ਹੋਇਆ ਵੀ ਉਹ ਝੱਲ ਲਿਆ, ਇੱਕ ਕਿਸਾਨ ਦੀ ਮੌਤ ਵੀ ਹੋ ਗਈ। ਪਰ ਉਹਨੇ ਗੁਰਨਾਮ ਸਿੰਘ ਚਰੂਰਨੀ ਨੇ ਉਹ ਮੈਨੂੰ ਆਪ ਦੱਸਿਆ, ਉਹਨੇ ਕਹਿੰਦਾ ਵੀ ਮੈਂ ਵੀ ਯਾਰ ਹੁਣ ਕੀ ਵੇਖਦੇ ਹੋ, ਫਿਰ ਇਹ ਸਿਰ ਭਰਨ ਦਾ ਹੁਕਮ ਵੀ ਆ ਗਿਆ, ਸਿਰ ਭੰਨ ਵੀ ਦਿੱਤੇ, ਹਸਪਤਾਲਾਂ 'ਚ ਕਿਸਾਨ ਤੜਫੀ ਜਾਂਦੇ ਆ, ਕੋਈ ਇਲਾਜ ਵੀ ਨਹੀਂ ਹੋ ਰਿਹਾ, ਹੁਣ ਵੇਖਦੇ ਕੀ ਆ ਫਿਰ ਮੂੰਹ ਕਰਨੀ, ਹੁਣ ਸਾਰਾ ਕੁਝ ਜਨਜੀਵਨ ਠੱਪ ਕਰ ਦਿਓ। ਉਹ ਕਹਿੰਦਾ ਮੈਂ ਕੁਰਕਸ਼ੇਤਰ ਤੋਂ ਚੱਲਿਆ, ਕਰਨਾਲ ਤੇ ਕੁਰਕਸ਼ੇਤਰ ਦਾ ਸਾਰੇ 50 ਕਿਲੋਮੀਟਰ ਦਾ ਸਨ ਹੋਊ। ਮਤਲਬ ਲੋਕਾਂ ਨੇ ਇੰਨਾ ਛੇਤੀ ਰਿਐਕਟ ਕੀਤਾ ਵੀ ਮੈਨੂੰ ਕਰਨਾਲ ਤੱਕ ਆਉਂਦਿਆਂ ਦੀ ਰਾਹ 'ਚ ਜਾਮ ਲੱਗ ਗਏ, ਮੈਨੂੰ ਵੀ ਜਾਮ ਵਿੱਚ ਦੀ ਲੰਘਣਾ ਪਿਆ। ਸੋ ਇਸ ਕਰਕੇ ਵੀ ਇਹਦੇ ਥੱਲੇ ਭਾਵੇਂ ਸ਼ਾਂਤਮਈ ਰਿਹਾ, ਪਰ ਇਹਦੇ ਥੱਲੇ ਇੱਕ ਇਹਦੀ ਤਹਿ ਥੱਲੇ ਜੁਝਾਰੂ ਰਵਾਇਤਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ, ਪੰਜਾਬੀ ਲੋਕਾਂ ਦੀਆਂ, ਇਹ ਵੀ ਕੰਮ ਕਰ ਰਹੀਆਂ ਸੀ ਤੇ ਡਰ ਸੀਗਾ। ਤੇ ਜਿਹੜਾ ਉਹਨੇ ਮੇਘਾਲਿਆ ਦੇ ਗਵਰਨਰ ਨੇ ਬਿਆਨ ਟਿੱਪਣੀ ਕੀਤੀ ਹੈ ਅਜੇ ਸਤਪਾਲ ਮਲਿਕ, ਰਾਜਪਾਲ ਨੇ ਸਤਪਾਲ ਮਲਿਕ ਆ ਉਹਦਾ, ਵੀ ਇਹ ਜਿਹੜੇ ਇਹ ਕੌਮ ਹੈ ਨਾ, ਇਹ ਹੁਣ 700 ਬੰਦਾ ਇਹਨਾਂ ਦਾ ਤੁਸੀਂ ਜਾਨਾਂ ਚਲੀਆਂ ਗਈਆਂ, ਇਹ ਉਹ ਹੀ ਭੁੱਲ ਜਾਣਗੇ। ਇਹ ਭੁੱਲਣਾ ਨਹੀਂ, ਇਹ ਸਦੀਆਂ ਤੱਕ ਯਾਦ ਰੱਖਦੇ ਆ, ਉਹਦਾ ਲੈਂਦੇ ਆ ਉਹਦਾ ਬਦਲਾ ਉਹਦਾ। ਤੇ ਇਸ ਕਰਕੇ ਵੀ ਜੇ ਇਹਨਾਂ ਦੇ ਮਾੜਾ ਮੋਟਾ ਜ਼ਖਮ ਜਿਹੜੇ ਹੋਏ ਆ, ਜੇ ਤੁਸੀਂ ਬਚਣਾ, ਮੋਦੀ ਨੂੰ ਕਿਹਾ ਤਾਂ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਓ, ਤੇ ਜੇ ਤੂੰ ਕਹੇ ਵੀ ਐਂ ਮੈਂ ਮੋੜ ਦੂੰਗਾ ਇਹਨਾਂ ਨੂੰ, ਇਹ ਭੁੱਲਣ ਵਾਲੇ ਨਹੀਂ। ਸੋ ਸਾਰੀਆਂ ਗੱਲਾਂ ਨੇ। ਜਿਹੜਾ ਤੁਹਾਡਾ ਸਵਾਲ ਹੈਗਾ ਵੀ ਗਾਂਧੀ ਵਾਲੀ ਇੱਥੇ ਸਿਧਾਂਤ ਲਾਗੂ ਹੋਇਆ ਕਿ ਭਗਤ ਸਿੰਘ ਵਾਲਾ ਹੋਇਆ, ਸਾਡੇ ਹਿਸਾਬ ਨਾਲ ਦੋਨਾਂ ਦੀਆਂ ਰਵਾਇਤਾਂ ਹੀ ਇਹਦੇ ਵਿੱਚ, ਦੋਨੇ ਮੂਵਮੈਂਟਾਂ ਹੋਈਆਂ ਨੇ, ਦੋਨਾਂ ਦੇ ਅੰਸ਼ ਹੀ ਸੀਗੇ, ਦੋਨਾਂ ਦੇ ਇੰਪਲੀਮੈਂਟ ਹੋ ਗਿਆ ਦੋਨੇ। ਧੰਨਵਾਦ ਫੂਲ ਸਾਹਿਬ, ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਚੈਨਲ ਦਾ ਵੀ ਧੰਨਵਾਦ ਜੀ। ਤਾਂ ਇਹ ਸਨ ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਸੁਰਜੀਤ ਫੂਲ। 1670 ਦੀ ਜਗ੍ਹਾ ਗੱਲ ਕਰ ਲਈਏ ਤਾਂ ਉਦੋਂ ਵੀ ਬਗਾਵਤ ਹੁੰਦੀ ਹੈ, ਗਦਰ ਲਹਿਰ ਵੇਲੇ ਵੀ ਵੱਡੀ ਬਗਾਵਤ ਹੁੰਦੀ ਹੈ। ਤਾਂ ਹੁਣ ਦੁਬਾਰੇ ਫੇਰ ਆ ਜਿਹੜਾ ਹਰਿਆਣਾ ਦੇ ਇਲਾਕੇ ਦੇ ਵਿੱਚ, ਪੰਜਾਬ ਦੇ ਇਲਾਕੇ ਦੇ ਵਿੱਚ ਸਿੰਘੂ ਦੇ ਉੱਤੇ ਜਿਹੜਾ ਦਿੱਲੀ ਨੂੰ ਦੁਬਾਰੇ ਫਿਰ ਘੇਰਿਆ ਗਿਆ, ਇਤਿਹਾਸ ਬਣ ਗਿਆ। ਇੱਕ ਵਾਰੀ ਬਾਬੇ ਬਗੇਲ ਸਿੰਘ ਹੁਣੀ, ਬਾਬਾ ਬੰਦਾ ਸਿੰਘ ਬਹਾਦਰ ਹੁਣੀ ਮਹਾਰਾਸ਼ਟਰ ਤੋਂ ਇਸੇ ਰਸਤੇ ਆਏ ਸੀ, ਉਹਨਾਂ ਦਾ ਲੋਕਾਂ ਨੇ ਭਾਰੀ ਸਾਥ ਦਿੱਤਾ ਸੀਗਾ। ਇੱਕ ਵਾਰੀ ਫਿਰ ਇਹਨਾਂ ਸੰਘਰਸ਼ੀ ਲੋਕਾਂ ਨੇ, ਸਿਲਡੀ ਲੋਕਾਂ ਨੇ ਆਦੋਆਂ ਦੀ ਯੋਗ ਅਗਵਾਈ ਦੇ ਥੱਲੇ ਇਤਿਹਾਸ ਬਣਾ ਦਿੱਤਾ। ਆਉਣ ਵਾਲੀਆਂ ਨਸਲਾਂ ਨੂੰ ਇਹ ਚੇਤੇ ਰਹਿਣਾ, ਇਹ ਪੜਾਇਆ ਜਾਣਾ ਕਿ ਅੰਦੋਲਨ ਹੋਇਆ ਸੀਗਾ ਜਿਹੜਾ ਦੁਨੀਆ ਦੇ ਵਿੱਚ ਉਜਾਗਰ ਹੋਇਆ। ਦੁਨੀਆ ਨੇ ਇਸ ਅੰਦੋਲਨ ਨੂੰ ਦੇਖਿਆ।
ਮੈਂ ਸਿਮਰਜੀਤ ਨਾਲ ਜੁੜੇ ਰਹੋ ਸਕਰੋਲ ਪੰਜਾਬ ਟੀਵੀ ਦੇ ਨਾਲ, ਕੈਮਰਾਮੈਨ ਹਰਦੀਪ ਰਪਾਲ ਦੇ ਨਾਲ। ਧੰਨਵਾਦ।